स्वागत है पीटीसी न्यूज़ ਦੇ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸਿਆਸੀ ਸਫ਼ਿਆਂ ਦੇ ਵਿੱਚ ਹਲਚਲ ਮਚੀ ਹੋਈ ਹੈ, ਭਾਵੇਂ ਉਹ ਵਿਰੋਧੀ ਧਿਰ ਦੇ ਵਿੱਚ ਪਾਰਟੀ ਹੋਵੇ ਜਾਂ ਸੱਤਾ ਦੇ ਵਿੱਚ ਹੋਵੇ, ਕਿਉਂਕਿ ਖਬਰ ਇਹ ਆ ਰਹੀ ਹੈ ਕਿ ਆਮ ਚੋਣਾਂ ਦੇ ਨਾਲ ਹੀ ਸਾਰੇ ਹੀ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਵੀ ਹੋ ਸਕਦੀਆਂ ਨੇ। 2019 ਦੇ ਵਿੱਚ ਚੋਣ ਕਮਿਸ਼ਨ ਨੇ ਹਰੀ ਝੰਡੀ ਦੇ ਦਿੱਤੀ ਹੈ, ਪਰ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਸਾਰੀਆਂ ਸਿਆਸੀ ਪਾਰਟੀਆਂ ਮੰਨਦੀਆਂ ਨੇ ਤਾਂ ਸਾਨੂੰ ਚੋਣਾਂ ਕਰਾਉਣ ਦੇ ਵਿੱਚ ਕੋਈ ਇਤਰਾਜ਼ ਨਹੀਂ ਔਰ ਸਿਰਫ 6 ਮਹੀਨੇ ਦਾ ਟਾਈਮ ਦੇ ਦਿਓ, ਅਸੀਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸੰਵਿਧਾਨਕ ਤੌਰ ਤੇ ਜਿਹੜੀਆਂ ਸੋਧਾਂ ਕਰਨੀਆਂ ਪੈਣੀਆਂ ਨੇ ਉਹ ਸੋਧ ਵੀ ਕਰਨੀ ਪਏਗੀ, ਉਸ ਤੋਂ ਬਾਅਦ ਇਹ ਚੋਣਾਂ ਹੋ ਸਕਦੀਆਂ ਨੇ। ਇਸ ਤੋਂ ਬਾਅਦ ਜਿਨ੍ਹਾਂ ਦੀ ਤਾਂ ਰਹਿੰਦੀ ਹੈ ਟਨਿਓਰ, ਜਿਨ੍ਹਾਂ ਦੀ 2 ਸਾਲ ਹੋਏ ਨੇ ਚੋਣ ਨੂੰ ਜਾਂ ਫਿਰ ਥੋੜਾ ਜਿਹਾ ਟਾਈਮ ਹੋਇਆ, ਉਹਨਾਂ ਲਈ ਥੋੜੀ ਜਿਹੀ ਫਿਕਰ ਵਾਲੀ ਗੱਲ ਜ਼ਰੂਰ ਹੈ ਕਿ ਜੇਕਰ 2019 ਦੇ ਵਿੱਚ ਆਮ ਚੋਣਾਂ ਦੇ ਨਾਲ ਹੀ ਚੋਣਾਂ ਹੁੰਦੀਆਂ ਨੇ ਤਾਂ ਜਿਹੜਾ ਬਾਕੀ ਸਮਾਂ ਰਹਿ ਜਾਏਗਾ ਉਹ ਖਤਮ ਹੋ ਜਾਏਗਾ। ਜਿਹੜੇ ਵਿਰੋਧੀ ਧਿਰ ਦੇ ਵਿੱਚ ਪਾਰਟੀਆਂ ਬੈਠੀਆਂ ਨੇ ਉਹ ਖੁਸ਼ੀ ਮਨਾ ਰਹੀਆਂ ਨੇ ਕਿ ਜੇਕਰ ਅਜਿਹਾ ਮੌਕਾ ਆਉਂਦਾ ਤਾਂ 2-2.5 ਸਾਲ ਬਾਅਦ ਦੁਬਾਰਾ ਸਾਨੂੰ ਮੌਕਾ ਮਿਲਦਾ ਤਾਂ ਮੁਕਾਬਲਾ ਕਿਸ ਤਰ੍ਹਾਂ ਦਾ ਰਹਿਣ ਵਾਲਾ, ਉਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਪਰ ਨਾਲ ਹੀ ਸਿਆਸੀ ਜਿਹੜੇ ਪੰਡਤ ਨੇ ਉਹ ਕੀ ਸਮਝਦੇ ਨੇ, ਉਹ ਕੀ ਮੰਨਦੇ ਨੇ, ਉਹਨਾਂ ਦੇ ਮੁਤਾਬਕ ਕੀ ਇੱਕ ਬੜਾ ਵੱਡਾ ਬਦਲਾਅ ਹੋਏਗਾ, ਜਨਤਾ ਦੇ ਹੱਕ ਦੇ ਵਿੱਚ ਹੋਏਗਾ ਜਾਂ ਨਹੀਂ ਹੋਏਗਾ, ਇਹ ਸਮਾਂ ਦੱਸੇਗਾ। ਇਸੇ ਤੇ ਅੱਜ ਅਸੀਂ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਆਪਾਂ ਜਾਣ ਪਛਾਣ ਕਰਾ ਦਿੰਦੇ ਹਾਂ, ਆਪਾਂ ਫਿਰ ਅੱਗੇ ਵਧਦੇ ਹਾਂ ਡਿਸਕਸ਼ਨ ਦੇ ਵਿੱਚ। ਸਾਡੇ ਨਾਲ HS ਬੈਂਸ ਸਾਹਿਬ ਮੌਜੂਦ ਨੇ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ। ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ तमाम ਇਲੈਕਸ਼ਨਸ ਦੇਖੀਆਂ ਨੇ ਔਰ ਨੇੜੇ ਹੋ ਕੇ ਦੇਖਿਆ ਹੋਇਆ ਕਿ ਲੋਕਾਂ ਦਾ ਕਿਸ ਤਰ੍ਹਾਂ ਦਾ ਰੁਝਾਨ ਰਹਿੰਦਾ। ਇਸ ਦੇ ਨਾਲ ਹੀ ਜਸਤੇਜ ਸਿੰਘ ਜੀ ਨੇ, ਬੁਲਾਰੇ ਨੇ ਆਮ ਆਦਮੀ ਪਾਰਟੀ ਦੇ। ਸਾਡੇ ਨਾਲ ਗੁਰਪ੍ਰੀਤ ਸਿੰਘ ਢਿੱਲੋਂ ਸਾਹਿਬ ਨੇ, ਆਗੂ ਨੇ BJP ਦੇ। ਡਾਕਟਰ ਅਚਰ ਸ਼ਰਮਾ ਸਾਹਿਬ ਨੇ, ਬੁਲਾਰੇ ਨੇ ਪੰਜਾਬ ਕਾਂਗਰਸ ਦੇ। ਔਰ ਪ੍ਰੋਫੈਸਰ ਮੁਹੰਮਦ ਖਾਲਿਦ ਸਾਹਿਬ ਨੇ, ਸਿਆਸੀ ਮਾਹਰ ਨੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਮੈਂ ਸ਼ੁਰੂਆਤ ਬੈਂਸ ਸਾਹਿਬ ਤੁਹਾਡੇ ਤੋਂ ਕਰਾਂਗਾ। ਮੈਨੂੰ ਲੱਗਦਾ ਇਹ ਖਬਰ ਆਉਣ ਤੋਂ ਬਾਅਦ ਅਕਾਲੀ ਦਲ ਨੇ ਤਾਂ ਖੁਸ਼ੀ ਮਨਾ ਲਈ ਹੋਣੀ ਹੈ, ਬਾਕੀਆਂ ਦਾ ਪਤਾ ਨਹੀਂ। ਅਕਾਲੀ ਦਲ ਤੇ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਆ ਬਸ ਚਲਦੀ ਹੈ ਜੀ ਸਰਕਾਰ ਪੰਜਾਬ ਦੀ, ਤਾਂ ਬਸ ਜਾ ਰਹੀ ਹੈ ਜੀ ਤਿਆਰੀ। ਉਹ ਇਸ ਤਰ੍ਹਾਂ ਕਿ ਸਾਡੇ ਤਾਂ ਕਮਰ ਕੱਸੇ ਗੁਰੂ ਸਾਹਿਬ ਦਾ ਹੁਕਮ ਆ ਕਿ ਤੁਸੀਂ ਤਿਆਰ ਬੜ ਤਿਆਰ ਰਹਿਣਾ, ਤੋ ਉਸ ਤਰ੍ਹਾਂ ਸਾਡੇ ਵੱਲੋਂ ਤਾਂ ਚਾਹੇ ਹੁਣ ਕਰ ਲੈਣ ਜਾਂ ਠਹਿਰ ਕੇ ਕਰ ਲੈਣ। ਜੇ ਸੱਤਾ ਦੇ ਵਿੱਚ ਹੁੰਦੇ ਸ਼ਾਇਦ ਤਾਂ ਇਹ ਨਾ ਕਹਿੰਦੇ ਤੁਸੀਂ। ਅਸੀਂ ਮੇਰੇ ਖਿਆਲ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹਨੇ ਕਿ ਹਮੇਸ਼ਾ ਹੀ ਕਦੇ ਵੀ, ਚਾਹੇ ਉਹ ਸੱਤਾ ਦੇ ਵਿੱਚ ਰਹੇ ਚਾਹੇ ਬਾਹਰ ਰਹੇ ਨੇ, ਇਲੈਕਸ਼ਨਸ ਤੋਂ ਐਕਸੈਪਟ ਵੰਸ, ਜਦੋਂ ਕਿ ਇੱਥੇ ਜੋ ਧੱਕਾ ਹੋਇਆ ਤੁਹਾਨੂੰ ਪਤਾ, ਉਹਨੂੰ ਛੱਡ ਕੇ ਕਦੇ ਵੀ ਕਿਸੇ ਵੀ ਇਲੈਕਸ਼ਨ ਤੋਂ ਮੂੰਹ ਨਹੀਂ ਮੋੜਿਆ। ਬਲਕਿ ਹੋਰ ਸਾਰੀਆਂ ਪਾਰਟੀਆਂ ਕਦੇ ਨਾ ਕਦੇ ਕਰਦੀਆਂ ਰਹੀਆਂ ਨੇ। ਬਲਕਿ ਅਸੀਂ ਤਾਂ ਇਸ ਕਰਕੇ ਨਹੀਂ ਕਹਿੰਦੇ ਹੈ ਕਿ ਕਾਂਗਰਸ ਪਾਰਟੀ ਦਾ ਰਾਜ ਹੈ ਜਾਂ ਕਿਸੇ ਹੋਰ ਥਾਂ ਦੇ ਹੋਰਨਾਂ ਦਾ ਰਾਜ ਹੈ ਜੀ, ਬਲਕਿ ਇਸ ਕਰਕੇ ਕਹਿੰਦੇ ਆ ਕਿ ਇਹ ਇੱਕ ਆਈਡੀਓਲੋਜੀਕਲੀ ਬੇਸ਼ੱਕ ਪ੍ਰੈਕਟੀਕਲ ਥੋੜਾ ਔਖਾ ਆ, ਲੇਕਿਨ ਬੜੀ ਹੀ ਦੇਸ਼ ਵਾਸਤੇ ਇੱਕ ਅੱਛੀ ਗੱਲ ਹੋਵੇ ਕਿ ਔਰ ਉਹਦੇ ਖਰਚੇ ਔਰ ਜਿਹੜਾ ਬੋਝ ਪੈਂਦਾ ਉਹਦੇ ਵਾਸਤੇ ਵੀ, ਔਰ ਇਹਨਾਂ ਸਾਰੀਆਂ ਗੱਲਾਂ ਕਰਕੇ ਇੱਕ ਅੱਛਾ ਆਈਡੀਅਲ ਰੋਲ ਮਾਡਲ ਹੋਏਗਾ ਜੇ ਇਸ ਤਰ੍ਹਾਂ ਦਾ ਕੁਝ ਹੋ ਸਕੇ। ਲੇਕਿਨ ਇਟ ਡਜ਼ਨਟ ਸੀਮ ਟੂ ਬੀ ਦੈਟ ਈਜ਼ੀ, ਸੌਖਾ ਨਹੀਂ ਹੈ। ਉਹਦਾ ਰੀਜ਼ਨ ਉਹਦਾ ਇੱਕ ਤਾਂ ਜਿਹੜਾ ਤੁਸੀਂ ਪਹਿਲਾਂ ਸ਼ੁਰੂ 'ਚ ਦੱਸਿਆ, ਹਾਂ, ਇੱਕ ਤਾਂ ਤੁਸੀਂ ਸ਼ੁਰੂ 'ਚ ਦੱਸੀ ਗੱਲ ਜਿਹੜੀ ਕਿ ਅਲੱਗ-ਅਲੱਗ ਟੈਨਿਓਰ ਵਾਸਤੇ ਇਲੈਕਸ਼ਨ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਪੰਜਾਬ ਹੈ, ਅਜੇ 6-7-8 ਮਹੀਨੇ ਹੋਏ ਨੇ ਜੀ, ਤਾਂ ਇਹਨਾਂ ਨੂੰ ਰਾਈਟ ਹੈ, ਇੱਕ ਲੈਜਿਟਮੇਟ ਰਾਈਟ ਹੈ ਇਹਨਾਂ ਨੂੰ ਕਿ ਇਹਨਾਂ ਨੂੰ ਲੋਕਾਂ ਨੇ 5 ਸਾਲ ਬਾਰੇ ਚੁਣਿਆ, ਤਾਂ ਅਸੀਂ ਜੋ ਮਰਜ਼ੀ ਕਹੀ ਜਾਈਏ, ਲੇਕਿਨ ਇਹਨਾਂ ਦਾ ਜਿਹੜਾ ਰਾਈਟ ਹੈ ਉਹ ਤਾਂ ਰਾਈਟ ਕਨਸਟੀਟਿਊਸ਼ਨਲੀ ਇਹਨਾਂ ਨੂੰ ਹੈਗਾ। ਉਹਦੇ ਉੱਤੇ ਇਹਨਾਂ ਨੂੰ ਵਾਜਬ ਹੋਏਗਾ ਜੇ ਮਹਿਸੂਸ ਕਰਨਗੇ ਕਿ ਸਾਡਾ ਹੱਕ ਹੋਇਆ ਗਿਆ। ਤਾਂ ਇਸ ਤਰ੍ਹਾਂ ਹੋਰਨਾਂ ਥਾਂ 'ਤੇ ਹੋਰ ਪਾਰਟੀਆਂ ਹੋ ਸਕਦੀਆਂ ਨੇ, ਤੇ ਇਸ ਕਰਕੇ ਥੋੜਾ ਪ੍ਰੈਕਟੀਕਲ ਨਹੀਂ ਲੱਗ ਰਿਹਾ। ਆਲਸੋ ਦੂਸਰੀ ਗੱਲ ਇੱਕ ਇਹ ਵੀ ਹੈ ਜੀ ਕਿ ਜਿਸ ਤਰ੍ਹਾਂ ਤੁਸੀਂ ਆਪੇ ਦੱਸਿਆ ਕਿ ਕਨਸਟੀਟਿਊਸ਼ਨਲ ਰਿਫਾਰਮਸ ਵੀ ਇਹਦੇ ਵਾਸਤੇ ਕਰਨਾ ਪਏਗਾ। ਉਹਦੇ ਵਿੱਚ ਬੜੀ ਵੱਡੀ ਅੜਚਨ ਇਹ ਆਏਗੀ ਕਿ ਤੁਹਾਨੂੰ ਸਿਰਫ ਜਿਹੜੇ ਪਾਰਲੀਮੈਂਟ ਔਰ ਵਿਧਾਨ ਸਭਾ ਦੀਆਂ ਚੋਣਾਂ ਦਾ ਨਹੀਂ ਸੋਚਣਾ ਪਏਗਾ ਜੀ, ਨਾਲ ਹੀ ਰਾਜ ਸਭਾ ਚੋਣ ਵੀ ਇਫੈਕਟ ਹੋਏਗੀ, ਨਾਲ ਹੀ ਕਈ ਥਾਂ ਦੇ ਉੱਤੇ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ ਚੋਣਾਂ ਬਲਾਕ ਲੈਵਲ ਤੇ ਪੰਚਾਇਤ ਦੀਆਂ। ਦੈਨ ਯੂ ਆਲਸੋ ਹੈਵ ਟੂ ਥਿੰਕ ਆਫ ਸਿਵਿਕ ਇਲੈਕਸ਼ਨਸ ਐਂਡ ਵਾਈ ਸ਼ੁਡਨਟ ਦੇ ਬੀ ਹੈਲਡ ਅਲੋਂਗ ਸਾਈਡ। ਬਲਕਿ ਇੱਕ ਤਾਂ ਇੱਦਾਂ ਦਾ ਸੁਝਾਅ ਕਈ ਵਾਰੀ ਚੱਲਦਾ ਸੁਣਿਆ ਹੋਏਗਾ ਕਿ ਇੱਕੋ ਹੀ ਇਲੈਕਸ਼ਨ ਕਰਵਾ ਲਓ, ਉਹਦੇ ਬੇਸਿਸ ਦੇ ਉੱਤੇ ਹੀ ਸਾਰਿਆਂ ਨੂੰ ਡੈਲੀਗੇਟਿਡ ਅਥਾਰਟੀ ਦੇ ਦਿਓ। ਲੇਕਿਨ ਯੂ ਨੋ ਦੈਟ ਦੀਜ਼ ਆਰ ਯੂਟੋਪੀਅਨ ਆਈਡੀਆਜ਼, ਇਹ ਪ੍ਰੈਕਟੀਕਲ ਨਹੀਂ ਗਏ। ਢਿੱਲੋਂ ਸਾਹਿਬ ਰਿਫਾਰਮਸ, ਜਦੋਂ ਤੋਂ ਤੁਹਾਡੀ ਸੱਤਾ ਦੇ ਵਿੱਚ ਸਰਕਾਰ ਆਈ ਹੈ ਕੇਂਦਰ ਦੇ ਵਿੱਚ, ਰਿਫਾਰਮਸ ਵੱਲ ਬੜਾ ਧਿਆਨ ਹੈ। ਇੱਕ ਵੱਡਾ ਰਿਫਾਰਮਸ ਦੀ ਗੱਲ ਚੱਲ ਰਹੀ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਜ਼ਿਆਦਾਤਰ ਇਹ ਕਹਿ ਰਹੀਆਂ ਨੇ ਕਿ ਇਹ BJP ਦੀ ਇੱਕ ਚਾਲ ਹੈ ਕਿ ਜਿੱਥੇ ਸਰਕਾਰ ਇਹਨਾਂ ਦੀ ਨਹੀਂ ਹੈ ਉਹ ਵੀ ਸਰਕਾਰ ਕਿਸੇ ਤਰੀਕੇ ਅਸੀਂ ਹਥਿਆ ਲਈਏ। ਦੇਖੋ, ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਤਾਂ ਕੁਝ ਕਹਿਣਾ ਹੀ ਹੈ, ਉਹਦੇ 'ਚ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਪਰ ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦੀ ਗੱਲ ਹੈ, ਭਾਰਤੀ ਜਨਤਾ ਪਾਰਟੀ ਹਮੇਸ਼ਾ ਤੋਂ ਹੀ ਇਸ ਹੱਕ ਦੇ ਵਿੱਚ ਰਹੀ ਹੈ ਕਿ ਜਨਤਾ ਦੇ ਪੈਸੇ ਦਾ ਦੁਰਉਪਯੋਗ ਨਾ ਹੋਵੇ, ਉਹਦਾ ਘੱਟ ਤੋਂ ਘੱਟ ਖਰਚ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਹੋ ਜਾਣ।
ਇਸ ਕਰਕੇ ਮਤਲਬ ਪਹਿਲਾਂ ਤੋਂ ਹੀ ਇਹ ਗੱਲ ਚੱਲ ਰਹੀ ਸੀਗੀ ਕਿ ਅਗਰ ਇਕੱਠੇ ਇਲੈਕਸ਼ਨ ਹੁੰਦੇ ਨੇ ਵਿਧਾਨ ਸਭਾ ਦੇ, ਲੋਕ ਸਭਾ ਦੇ, ਜਾਂ ਨਾਲ ਜਿਵੇਂ ਬੈਂਸ ਸਾਹਿਬ ਨੇ ਦੱਸਿਆ ਕਿ ਛੋਟੀਆਂ ਇਕਾਈਆਂ ਦੇ ਇਲੈਕਸ਼ਨ ਵੀ ਹੁੰਦੇ ਨੇ, ਉਹਦੇ ਨਾਲ ਇੱਕ ਤਾਂ ਟਾਈਮ ਦੀ ਬਚਤ ਹੁੰਦੀ ਹੈ, ਦੂਜਾ ਜਿਹੜਾ ਖਰਚਾ ਐਕਸਪੈਂਡੀਚਰ ਉਹਦੇ ਉੱਤੇ ਲੱਗਦਾ ਹੈ ਉਹਦੇ ਵਿੱਚ ਬਚਾਅ ਹੁੰਦਾ, ਔਰ ਇਹਦੇ ਨਾਲ ਦੇਸ਼ ਦਾ ਭਲੇ ਵਾਸਤੇ ਹੀ ਇਹ ਸਟੈਪ ਆਉਂਦਾ। ਇਸ ਕਰਕੇ ਸਾਡੀ ਇਹ ਸੋਚਣੀ ਹੈ ਕਿ ਅਗਰ ਇਹ ਹੋ ਜਾਂਦਾ, ਔਰ ਇਹ ਨਵੀਂ ਪ੍ਰੈਕਟਿਸ ਨਹੀਂ ਆ, ਜਦੋਂ ਸਟਾਰਟਿੰਗ ਦੇ ਵਿੱਚ ਆਜ਼ਾਦੀ ਤੋਂ ਬਾਅਦ ਇਹ ਚੀਜ਼ਾਂ ਚੱਲਦੀਆਂ ਰਹੀਆਂ, ਇਦਾਂ ਹੀ ਚੱਲਦਾ ਸੀਗਾ, ਚਾਹੇ 1952 ਦੀ ਇਲੈਕਸ਼ਨ ਹੋਵੇ, ਉਸ ਤੋਂ ਬਾਅਦ 57 ਦੀ ਇਲੈਕਸ਼ਨ ਹੋਵੇ, 62 ਤੱਕ। ਬਾਅਦ ਵਿੱਚ ਕਾਂਗਰਸ ਨੇ ਕੁਝ ਜਦੋਂ ਉਹਨਾਂ ਨੇ ਦੇਖਿਆ ਕਿ ਖੇਤਰੀ ਪਾਰਟੀਆਂ ਨੇ ਥੋੜਾ ਅਗਾਂਹ ਵੱਧ ਕੇ ਆਪਣਾ ਪ੍ਰਦਰਸ਼ਨ ਸ਼ੁਰੂ ਕੀਤਾ, ਉਸ ਸਮੇਂ ਇਹਨਾਂ ਨੂੰ ਲੱਗਿਆ ਵੀ ਇਹ ਖੇਤਰੀ ਪਾਰਟੀਆਂ ਸਿਰ ਚੱਕਣਗੀਆਂ, ਤਾਂ ਇਹਨਾਂ ਨੇ ਉਹਨਾਂ ਸਰਕਾਰਾਂ ਨੂੰ ਸੁੱਟਣਾ ਸ਼ੁਰੂ ਕੀਤਾ। ਜਿਵੇਂ ਪੰਜਾਬ ਦੇ ਵਿੱਚ ਹੀ ਇਹਨਾਂ ਨੇ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਬਣੀ ਸੀ, ਔਰ ਉਸ ਸਰਕਾਰ ਨੂੰ ਇਹਨਾਂ ਨੇ ਦੇਖਿਆ ਕਿ ਇਹਨੂੰ ਹਿਲਾਉਣਾ ਜ਼ਰੂਰੀ ਹੈ, ਇਹਨਾਂ ਨੇ ਲక్ష్మణ ਸਿੰਘ ਗਿੱਲ ਉਹਨਾਂ ਦੀ ਸਪੋਰਟ ਲੈ ਕੇ, ਉਹਨਾਂ ਨੂੰ ਸਪੋਰਟ ਦੇ ਕੇ ਮੁੱਖ ਮੰਤਰੀ ਬਣਾਤਾ, ਔਰ 2 ਸਾਲਾਂ ਦੇ ਅੰਦਰ ਅੰਦਰ ਇਹ ਸਾਰਾ, ਔਰ ਉਹ ਲక్ష్మణ ਸਿੰਘ ਗਿੱਲ ਉਹਨਾਂ ਨੂੰ ਵੀ ਜ਼ਿਆਦਾ ਚਿਰ ਚੱਲਣ ਨਹੀਂ ਦਿੱਤਾ ਗਿਆ, ਔਰ ਥੋੜੀ ਦੇਰ ਬਾਅਦ ਉਹ ਸਰਕਾਰ ਤੋੜ ਕੇ ਫਿਰ ਦੁਬਾਰਾ ਤੋਂ ਇਲੈਕਸ਼ਨ ਵਿੱਚ ਆ ਗਏ। ਗੁਰਪ੍ਰੀਤ ਜੀ, ਜਿਹੜੀ ਗੱਲ ਵਾਰ-ਵਾਰ ਇਹ ਆ ਰਹੀ ਹੈ ਕਿ ਬੀਜੇਪੀ ਚਾਹੁੰਦੀ ਹੈ ਕਿ ਜਿਨ੍ਹਾਂ ਸਟੇਟਸ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਕਿਉਂਕਿ ਤੁਹਾਡਾ ਨਾਰਾ ਜਿਵੇਂ ਪਹਿਲਾਂ ਰਿਹਾ ਕਾਂਗਰਸ ਮੁਕਤ ਭਾਰਤ ਜਾਂ ਕਾਂਗਰਸ ਮੁਕਤ ਪੰਜਾਬ, ਇਹ ਉਹ ਵੀ ਉਸ ਚੀਜ਼ ਦੇ ਵਿੱਚ ਹੀ ਤੁਸੀਂ ਇਸ ਦਾ ਸਹਾਰਾ ਲੈਣਾ ਚਾਹੁੰਦੇ ਹੋ। ਇਹਦੇ ਵਿੱਚ ਮੈਂ ਨਹੀਂ ਸਮਝਦਾ ਕਿ ਕੋਈ ਸਹਾਰਾ ਲੈਣ ਵਾਲੀ ਗੱਲ ਹੈ। ਕਾਂਗਰਸ ਦਾ ਜਿਹੜਾ ਆਪਣਾ ਪ੍ਰਦਰਸ਼ਨ ਹੈ, ਜਾਂ ਜਿਹੜਾ ਉਹਨਾਂ ਨੇ ਪਿੱਛੇ ਹਿਸਟਰੀ ਦੇ ਵਿੱਚ ਜੋ ਕੁਝ ਲੋਕਾਂ ਨੇ ਦੇਖਿਆ, ਉਹ ਆਪਣੇ ਆਪ ਹੀ ਇਸ ਦੇਸ਼ ਦੀ ਰਾਜਨੀਤੀ ਤੋਂ ਹਾਸ਼ੀਏ ਦੇ ਵੱਲ ਤੁਰੀ ਜਾ ਰਹੀ ਹੈ। ਉਹਦੇ ਵਿੱਚ ਸਾਨੂੰ ਕੋਈ ਇਹ ਕਹਿਣ ਦੀ ਜਾਂ ਇਹ ਕੋਈ ਇਸ ਤਰੀਕੇ ਦੀ ਐਫਰਟ ਕਰਨ ਦੀ ਲੋੜ ਨਹੀਂ। ਇਹ ਕਾਂਗਰਸ ਦੀਆਂ ਆਪਣੀਆਂ ਹੀ ਕੁਰੀਤੀਆਂ ਨੇ, ਕੀਤੇ ਹੋਏ ਕੰਮ ਨੇ, ਜਿਹੜੇ ਅੱਜ ਲੋਕ ਉਹਨਾਂ ਨੂੰ ਰਾਜਨੀਤੀ ਤੋਂ ਬਾਹਰ ਕਰਦੇ ਜਾ ਰਹੇ। ਇਸ ਗੱਲ ਤੋਂ ਐਗਰੀ ਹੋ, ਜੇਕਰ ਚੋਣਾਂ ਇਕੱਠੀਆਂ ਹੁੰਦੀਆਂ ਨੇ, ਲੋਕ ਸਭਾ ਤੇ ਸਾਰੇ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀ ਚੋਣਾਂ, ਤਾਂ ਠੀਕ ਰਹੇਗਾ ਜਾਂ ਨਹੀਂ? ਦੇਖੋ, ਸਭ ਤੋਂ ਪਹਿਲੀ ਗੱਲ, ਜਿਵੇਂ ਬੈਂਸ ਸਾਹਿਬ ਇਹਨਾਂ ਨੇ ਕਿਹਾ, ਇਹ ਬੜਾ ਹੀ ਇੰਪ੍ਰੈਕਟੀਕਲ ਸਟੈਪ ਲੱਗਦਾ ਹੈ। ਤੁਸੀਂ ਦੇਖੋ ਯੂਪੀ ਦੇ ਵਿੱਚ ਇੱਕ ਸਟੇਟ ਹੈ ਹਿੰਦੁਸਤਾਨ ਦੀ, ਉਹਦੇ ਵਿੱਚ ਇਲੈਕਸ਼ਨ ਹੋਏ ਤਾਂ 6 ਹਫ਼ਤੇ ਉਹਦਾ ਇਲੈਕਸ਼ਨ ਪ੍ਰੋਸੀਜਰ ਚੱਲਿਆ। ਜੇ ਆਪਾਂ ਪੂਰੇ ਹਿੰਦੁਸਤਾਨ 'ਚ ਕਰਾਉਂਦੇ ਆ, ਕਿਤੇ ਇਹ ਨਾ ਹੋਵੇ ਵੀ 1 ਸਾਲ ਜਾਂ 8-9 ਮਹੀਨੇ ਸਾਡਾ ਇਲੈਕਸ਼ਨ ਪ੍ਰੋਸੈਸ ਹੀ ਚੱਲਦਾ ਰਹੂਗਾ। ਫਿਰ ਦੂਜੀ ਗੱਲ, ਇਹ ਇੱਕ ਤਰ੍ਹਾਂ ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਪਾਲਿਸੀ ਹੈ, ਜਿਹੜੀ ਇਹ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਫਾਰਮ ਹੈ, ਜਿਹੜੀ ਇਹ ਉਹਦੇ ਵੱਲ ਇੱਕ ਸਟੈਪ ਹੈ। ਇਹ ਡੈਮੋਕ੍ਰੇਸੀ, ਡੈਮੋਕ੍ਰੈਟਿਕ ਰਾਈਟਸ ਲੋਕਾਂ ਦੇ ਇਹਦੇ ਨਾਲ ਸਫਰ ਹੋਣਗੇ। ਕਿਉਂਕਿ ਤੁਸੀਂ ਮੈਨੂੰ ਦੱਸੋ ਕਿ ਮੰਨ ਲਓ ਸੈਂਟਰ ਦੇ ਵਿੱਚ ਸੈਂਟਰੋ ਸਟੇਟਸ ਦੀਆਂ ਇਲੈਕਸ਼ਨਸ ਇਕੱਠੀਆਂ ਹੋ ਗਈਆਂ, ਕੱਲ ਨੂੰ ਕਿਸੇ ਸਟੇਟ ਦੇ ਵਿੱਚ ਬਹੁਮਤ ਸਪਸ਼ਟ ਨਹੀਂ ਮਿਲਿਆ, ਜਾਂ ਸੈਂਟਰਸ ਨਹੀਂ ਮਿਲਿਆ, ਜਾਂ ਫਿਰ ਪਹਿਲੇ ਮਿਲੀ ਜੁਲੀ ਸਰਕਾਰ ਬਣ ਗਈ, ਬਾਅਦ ਵਿੱਚ ਕੋਈ ਇਦਾਂ ਦੇ ਸਰਕਮਸਟੈਂਸਸ ਹੋ ਗਏ, ਤੇ ਫਿਰ ਉਦੋਂ ਕੀ ਕਰੋਗੇ? ਠੀਕ ਹੈ ਨਾ। ਸੋ ਤੁਹਾਡੇ ਕਹਿਣ ਦਾ ਮਤਲਬ ਵੀ ਸਾਰੀਆਂ ਦੁਬਾਰਾ ਇਲੈਕਸ਼ਨ ਕਰਾਓਗੇ ਜਾਂ ਉਸ ਇਲਾਕੇ ਦੀ ਦੁਬਾਰਾ? ਦੂਸਰੀ ਗੱਲ ਇਹ ਹੈ ਕਿ ਇੰਨਾ ਵੱਡੀ ਕੰਟਰੀ ਹੈ, ਔਰ ਇੰਨੀ ਕੁਝ ਏਰੀਆਜ਼ ਇਦਾਂ ਦੇ ਨੇ ਜਿਹੜੇ ਕਿ ਬੜੇ ਮਤਲਬ ਜਿਨ੍ਹਾਂ 'ਚ ਪੀਸ ਨਹੀਂ ਹੈ, ਠੀਕ ਹੈ ਨਾ। ਪਲੱਸ ਕਿੰਨੇ ਸਾਨੂੰ ਸੁਰੱਖਿਆ ਬਲਾਂ ਦੀ ਲੋੜ ਪਏਗੀ, ਉਹ ਸਾਰੇ ਪੂਰੇ ਹਿੰਦੁਸਤਾਨ ਦੇ ਵਿੱਚ ਆਪਾਂ ਬਾਰਡਰਸ ਵੀ ਦੇਖਣੀਆਂ, ਆਪਾਂ ਬਾਕੀ ਚੀਜ਼ਾਂ ਵੀ ਦੇਖਣੀਆਂ, ਜਿਹੜੇ ਅੰਦਰੂਨੀ ਸੰਕਟ ਹੈ ਉਹ ਵੀ ਦੇਖਣੇ, ਫਿਰ ਦੂਜਾ ਮਸ਼ੀਨਰੀ ਸਾਰੀ, ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੰਭਵ ਨਹੀਂ ਲੱਗਦਾ। ਬਾਕੀ ਸਿਆਸਤ ਪੱਖੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ? ਸਿਆਸਤ ਪੱਖੋਂ ਵੀ ਪ੍ਰੋਬਲਮ ਹੈ, ਕਿਉਂਕਿ ਇਹ ਡੈਮੋਕ੍ਰੈਟਿਕ ਰਾਈਟਸ ਇਹਦੇ ਨਾਲ ਹੌਲੀ ਹੌਲੀ ਖਤਮ ਹੋਣਗੇ ਲੋਕਾਂ ਦੇ। ਜਦੋਂ ਲੋਕਾਂ ਨੇ ਵੋਟ ਜੇ 5 ਸਾਲ ਬਾਅਦ ਪਾਣੀ ਹੈ ਤਾਂ ਪਾਣੀ ਹੈ। ਜਦੋਂ ਦੇਖੋ ਜਿਸ ਤਰ੍ਹਾਂ ਹੁਣ ਹੈ, ਪੰਜਾਬ ਦੇ ਵਿੱਚ ਇਲੈਕਸ਼ਨਸ ਹੋਏ 17 ਦੇ ਵਿੱਚ, 19 ਦੇ ਵਿੱਚ ਹੁਣ ਸੈਂਟਰਲ ਇਲੈਕਸ਼ਨਸ ਆ ਜਾਣਗੇ। ਜਿਹੜੇ ਲੋਕ ਨੇ, ਜਿਹੜੇ ਉਹਨਾਂ ਲੀਡਰਸ ਜਿਹੜੇ ਹੈਗੇ ਨੇ, ਉਹ ਜਦੋਂ 5 ਸਾਲ ਬਾਅਦ ਇੱਕੋ ਵਾਰ ਇਲੈਕਸ਼ਨ ਹੋਣਗੇ ਤਾਂ ਕਿਤੇ ਨਾ ਕਿਤੇ ਜਿਹੜੀ ਲੋਕਾਂ ਔਰ ਲੀਡਰਾਂ ਦੀ ਦੂਰੀ ਆ ਉਹ ਵਧੇਗੀ। ਜਿਸ ਤਰ੍ਹਾਂ ਹੁਣ ਸਾਲ 1.5 ਸਾਲ 2 ਸਾਲ ਬਾਅਦ ਜਿੱਦਾਂ ਹੁਣ ਲੋਕਲ ਇਲੈਕਸ਼ਨਸ ਆ ਗਏ, ਲੋਕਲ ਬੋਡੀਜ਼ ਦੇ ਆ ਗਏ, ਪੰਚਾਇਤਾਂ ਦੇ ਇਲੈਕਸ਼ਨਸ ਆ ਗਏ, ਜਿਹੜੇ ਲੀਡਰਸ ਹੈਗੇ ਆ ਜਾਂ ਪੋਲੀਟੀਕਲ ਲੋਕ ਹੈਗੇ ਆ ਜਾਂ ਇਲੈਕਟਡ ਲੋਕ ਹੈਗੇ ਆ, ਉਹਨਾਂ ਦਾ ਲੋਕਾਂ ਦੇ ਵਿੱਚ ਆਣਾ ਜਾਣਾ ਬਣਿਆ ਰਹਿੰਦਾ, ਨੇੜਤਾ ਬਣੀ ਰਹਿੰਦੀ ਹੈ। ਅਲਟੀਮੇਟਲੀ ਪੀਪਲ ਜਿਹੜੇ ਹੈਗੇ, ਉਹ ਕਾਮਨ ਪੀਪਲ ਸਫਰ ਕਰੇਗਾ। ਜਸਤੇਜ ਜੀ, ਤੁਹਾਡੀ ਪਾਰਟੀ ਹਰ ਵਾਰ ਆਮ ਲੋਕਾਂ ਦੀ ਉਹ ਗੱਲ ਕਰਦੀ ਹੈ, ਆਮ ਲੋਕਾਂ ਦੇ ਬਚਾਅ ਦੀ ਗੱਲ ਕਰਦੀ ਹੈ, ਖਰਚੇ ਘਟਾਉਣ ਦੀ ਗੱਲ ਕਰਦੀ ਹੈ। ਹੁਣ ਇਹ ਖਰਚਾ ਘਟਾਉਣ ਵਾਲਾ ਇੱਕ ਵੱਡਾ ਕ੍ਰਾਂਤੀਕਾਰੀ ਸਟੈਪ ਹੈ, ਸਮਰਥਨ ਕਰੋਗੇ ਜਾਂ ਨਹੀਂ? ਦੇਖੋ, ਜਿੱਥੇ ਸਮਰਥਨ ਦੀ ਗੱਲ ਹੈ, ਪਹਿਲਾਂ ਆਪਾਂ ਪ੍ਰੋਸ ਐਂਡ ਕੌਨਸ ਦੇਖ ਲਈਏ ਨਾ। ਇਹਦੇ 'ਚ ਪ੍ਰੋਸ ਐਂਡ ਕੌਨਸ ਜਿਹੜੀ ਜ਼ਿਆਦਾ ਵੇ ਕਰੇਗੀ, ਅਸੀਂ ਉਸ ਪੱਖੋਂ ਸੋਚਾਂਗੇ। ਜੇ ਦੇਖਿਆ ਜਾਏ, ਅਸਲ ਦਿੱਲੀ 'ਚ ਸਾਡੇ ਵੈਸੇ ਜੇ 2018 'ਚ ਕਰਾਣੇ, 19-20 'ਚ ਹੋਣੇ ਆ, ਤੇ ਕੋਈ ਇੰਨਾ ਜੇ ਥੋਪਣਾ ਹੀ ਹੈ ਕੁਛ ਤਾਂ ਉਹ ਥੋਪ ਦੇਣਗੇ। ਬਟ ਪ੍ਰੋਜ਼ ਤਾਂ ਚਲੋ ਠੀਕ ਹੈ, ਇਲੈਕਸ਼ਨ ਐਕਸਪੈਂਡੀਚਰ ਨੋ ਡਾਊਟ ਲੱਗਦਾ ਵੀ ਘਟੇਗਾ, ਆਰਮੀ ਦੀ ਡਿਪਲੋਇਮੈਂਟ ਵੀ ਐਕਚੁਅਲੀ ਕਾਫੀ ਯੂਜ਼ਫੁਲ ਹੋ ਜਾਏਗੀ। ਬਟ ਉਹਦੇ ਨੁਕਸਾਨ, ਮੈਨੂੰ ਆਈ ਪਰਸਨਲੀ ਫੀਲ ਕਿ ਨੁਕਸਾਨ ਬਹੁਤ ਜ਼ਿਆਦਾ ਨੇ। ਜਿਵੇਂ ਫੋਰ ਐਗਜ਼ਾਮਪਲ ਦੇਖੋ, ਜੇ ਤੁਸੀਂ MP ਦੇ ਇਲੈਕਸ਼ਨਸ ਲੜਦੇ ਹੋ, ਤੁਸੀਂ ਨੈਸ਼ਨਲ ਲੈਵਲ ਤੇ ਲੜਦੇ ਹੋ, ਤੇ ਜਿਹੜੀਆਂ ਇਹ ਸਟੇਟ ਹੁੰਦੀਆਂ ਨੇ, ਤੁਹਾਡੀ ਲੋਕਲ ਲੈਵਲ ਤੇ ਹੁੰਦੀਆਂ, ਤੇ ਕਿਧਰੇ ਨਾ ਕਿਧਰੇ ਤੁਹਾਡੇ ਲੋਕਲ ਮੁੱਦੇ ਜਿਹੜੇ ਆ ਨਾ, ਦੇ ਵਿਲ ਬੀ ਬ੍ਰਸ਼ਡ ਅੰਡਰ ਦਾ ਕਾਰਪੈਟ। ਠੀਕ ਹੈ,
ਇੱਕ ਤਾਂ ਇਹ ਹੋ ਗਿਆ। ਦੂਜਾ ਇੱਕ ਰੀਜਨਲ ਪਾਰਟੀਜ਼ ਨੂੰ ਜਿਵੇਂ ਅਕਾਲੀ ਦਲ ਰੀਜਨਲ ਪਾਰਟੀ ਹੈ ਜਾਂ ਕੋਈ ਵੀ ਹੋਰ ਹੈ, ਉਹਨਾਂ ਨੂੰ ਨੁਕਸਾਨ ਮੈਨੂੰ ਲੱਗਦਾ ਇਹਦੇ 'ਚ। ਸੀ ਵੀ ਬਿਲੀਵ ਇਨ ਡੈਮੋਕ੍ਰੈਟਿਕ ਰਾਈਟਸ। ਇਹ ਨਹੀਂ ਕਿ ਪਾਰਟੀਆਂ ਘਟ ਜਾਣ ਤਾਂ ਉਹਦੇ ਨਾਲ ਕੋਈ ਫਾਇਦਾ ਹੋਏਗਾ, ਫਾਇਦਾ ਨਹੀਂ ਹੈ, ਬਟ ਚੋਇਸ ਲੋਕਾਂ ਕੋਲ ਹੋਣੀ ਚਾਹੀਦੀ ਹੈ। ਕਿਉਂਕਿ ਇਹ ਸਰਵੇਜ਼ ਵੀ ਆਏ ਹੋਏ ਹੈ ਕਿ ਜਦੋਂ ਸਾਈਮਲਟੇਨੀਅਸ ਇਲੈਕਸ਼ਨਸ ਹੁੰਦੇ ਆ, ਪਹਿਲਾਂ ਵੀ ਹੋਏ ਆ, 51-52 'ਚ ਹੋਏ ਆ, 57 'ਚ ਹੋਏ ਆ, 62-67 'ਚ ਵੀ ਹੋਏ ਆ। ਠੀਕ ਹੈ। ਤੇ ਕੀ ਹੁੰਦਾ ਕਿ ਜਿਹੜਾ ਬੰਦਾ ਜਾ ਕੇ ਮੋਹਰ ਲਗਾਉਂਦਾ ਹੈ ਨਾ ਇੱਕ ਪਾਰਟੀ ਤੇ, ਉਹ ਸਟੇਟ ਵੇਲੇ ਵੀ ਉਸੇ ਤੇ ਮਤਲਬ ਉਹਦੇ ਚਾਂਸਸ ਹੁੰਦੇ ਆ ਕਿ ਹੁਣ ਉਹ ਨੈਸ਼ਨਲ ਲੈਵਲ ਤੇ ਜੇ ਉਹ ਕਿਸੇ ਇੱਕ ਪਾਰਟੀ ਨੂੰ ਆਏਗਾ ਤੇ ਰੀਜਨਲ ਪਾਰਟੀ ਵੀ ਚਾਹੂਗਾ ਕਿ ਉਸ ਕੋਈ ਪਾਰਟੀ ਹੋ। ਹਾਂ, ਸੋ ਉਹਦੇ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਬੈਂਸ ਸਾਹਿਬ, ਮੈਂ ਇੱਕ ਸਵਾਲ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੁੰਦਾ, ਤੁਹਾਡੀ ਭਾਈਵਾਲ ਪਾਰਟੀ ਨਾਲ ਸੰਬੰਧਿਤ ਹੈ। ਆਮ ਤੌਰ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਵਿਰੋਧ ਦੇ ਵਿੱਚ ਨੇ, ਉਹਨਾਂ ਦੇ ਵਿੱਚ ਇੱਕ ਧਾਰਨਾ ਜੀ ਬਣੀ ਹੋਈ ਹੈ ਬੀਜੇਪੀ ਨੂੰ ਲੈ ਕੇ ਕਿ ਬੀਜੇਪੀ ਚਾਹੁੰਦੀ ਹੈ ਕਿ ਸਾਰੀਆਂ ਸਟੇਟ ਔਰ ਸੈਂਟਰ ਦੇ ਵਿੱਚ ਉਹਨਾਂ ਦਾ ਰਾਜ ਹੋਵੇ, ਇਸ ਲਈ ਇਦਾਂ ਦੇ ਰਿਫਾਰਮਸ ਲਿਆਉਣ ਦੀਆਂ ਕੋਸ਼ਿਸ਼ਾਂ ਵਾਰ-ਵਾਰ ਕਰਦੇ ਰਹਿੰਦੇ। ਮੈਨੂੰ ਹੈਰਾਨੀ ਬੜੀ ਹੁੰਦੀ ਹੈ ਨਾ ਗੱਲਾਂ ਦੇ ਉੱਤੇ ਕਿ ਪੋਲੀਟੀਕਲ ਸ਼ਰੂਡਨੈਸ ਜਾਂ ਪੋਲੀਟੀਕਲ ਜਿਹੜੀ ਸੈਵੀ ਹੋਣ ਦੀ ਗੱਲ ਹੈ, ਜਾਂ ਮਤਲਬ ਕਹਿ ਲਓ ਕਿ ਰਾਜਨੀਤਿਕ ਤੌਰ ਤੇ ਚੁਸਤ ਹੋਣ ਦੀ ਗੱਲ ਹੈ, ਉਹ ਕਿੰਨੀ ਘਾਟ ਹੈ ਇਸ ਗੱਲ ਦੇ ਵਿੱਚ ਕਿ ਸਿੱਧੇ ਇਹ ਮੰਨ ਜਾਣਾ ਕਿ ਜੇ ਗੱਲ ਇਲੈਕਸ਼ਨ ਹੋ ਜਾਏਗੀ ਤਾਂ ਫਿਰ ਬੀਜੇਪੀ ਆ ਜਾਏਗੀ। ਇਹ ਤਾਂ ਬਿਲਕੁਲ ਹੀ, ਇਹਦਾ ਮਤਲਬ ਪੋਲੀਟੀਕਲ ਪਾਰਟੀਜ਼ ਨੂੰ ਆਪਣੇ ਆਪ ਤੇ ਕੌਨਫੀਡੈਂਸ ਹੀ ਨਹੀਂ ਰਹਿ ਗਿਆ ਬਿਲਕੁਲ ਹੀ। ਇਹਦਾ ਮਤਲਬ ਤਾਂ ਇਹ ਹੋਇਆ ਕਿ ਅੱਜ ਇਹ ਧਾਰਨਾ ਸਾਰੀਆਂ ਪਾਰਟੀਆਂ 'ਚ ਬਣ ਗਈ ਹੈ, ਜੇ ਕੱਲ੍ਹ ਨੂੰ ਇਲੈਕਸ਼ਨ ਹੋ ਜਾਏ। ਨਹੀਂ ਬੈਂਸ ਸਾਹਿਬ ਗੱਲ ਇਹ ਵੀ ਹੈ ਨਾ ਕਿ ਜਿਸ ਦੀ ਪਾਰਟੀ ਦੀ ਸਰਕਾਰ ਬਣਨ ਨੂੰ 2.5 ਸਾਲ ਹੋਏ ਹੋਣ, ਉਹ ਤਾਂ ਬੋਲੇਗਾ ਹੀ ਬੋਲੇਗਾ ਨਾ ਵੀ ਇਹਨਾਂ ਦਾ ਇਹ ਮੰਤਵ ਹੈ ਕਿ ਮੇਰੀ ਸਰਕਾਰ ਗਿਰ ਕੇ ਆਪਣੀ ਸਰਕਾਰ ਬਣਾਉਣਾ। ਨਹੀਂ, ਉਹ ਕਿੰਨੀਆਂ ਹੋਣਗੀਆਂ, ਇੱਕ ਤਾਂ ਚੀਜ਼ ਇਹ ਹੈ। ਦੂਸਰੀ ਚੀਜ਼, ਜਿਹਦੀ 2.5 ਸਾਲ ਸਰਕਾਰ ਬਣੀ ਨੂੰ ਵੀ ਹੋਏ ਹੈ, ਬਲਕਿ ਮੈਂ ਇਹ ਉਲਟ ਗੱਲ ਕਰਦਾ, ਇੱਕ ਜਿਹੜੀ ਸਰਕਾਰ ਨੂੰ ਜਿੰਨਾ ਟਾਈਮ ਬਣੀ ਨੂੰ ਘੱਟ ਹੋਇਆ ਹੋਏਗਾ, ਉਹਦੀ ਉਨੀ ਐਂਟੀ ਇਨਕੰਬੈਂਸੀ ਘੱਟ ਹੋਏਗੀ। ਫॉर एग्जांपल ਪੰਜਾਬ ਦੇ ਵਿੱਚ ਕਹਿੰਦੇ ਨਾ ਸਾਨੂੰ 5 ਸਾਲ ਦਾ ਮੈਂਡੇਟ ਮਿਲਿਆ, 5 ਸਾਲ ਦੇ ਅਸੀਂ ਵਾਅਦੇ ਕੀਤੇ ਨੇ, 5 ਸਾਲ 'ਚ ਪੂਰੇ ਕਰਨੇ ਨੇ, ਉਹ ਪੂਰੇ ਹੋਣ ਤੋਂ ਪਹਿਲਾਂ ਹੀ ਅਸੀਂ ਲੋਕਾਂ ਨੂੰ ਕੀ ਜਵਾਬ ਦੇਵਾਂਗੇ। ਜਿਹੜਾ ਮੇਰਾ ਇਸ਼ੂ ਹੈ ਨਾ ਜੀ, ਉਹ ਇਹ ਨਹੀਂ ਸੀਗਾ। ਮੇਰਾ ਇਸ਼ੂ ਇਹ ਸੀਗਾ ਕਿ ਘੱਟੋ ਘੱਟ ਪੋਲੀਟੀਕਲ ਕੌਨਫੀਡੈਂਸ ਤਾਂ ਦਿਖਾਓ। ਇਹ ਤਾਂ ਨਾ ਕਹੋ ਕਿ ਜੇ ਇਹ ਕਹਿਣਾ ਕਿ ਬੀਜੇਪੀ ਇਹ ਚਾਹੁੰਦੀ ਹੈ ਕਿ ਹਰ ਇੱਕ ਥਾਂ ਤੇ ਸਾਡਾ ਹੀ ਰਾਜ ਹੋ ਜਾਏ, ਇਹ ਤਾਂ ਸਿੱਧਾ ਇਹ ਮੰਨਣ ਦੇ ਬਰਾਬਰ ਆ ਵੀ ਜੇ ਇਲੈਕਸ਼ਨ ਅੱਜ ਹੋ ਜਾਣ ਤਾਂ ਬੀਜੇਪੀ ਦਾ ਰਾਜ ਹੋਏਗਾ। ਇਹਦਾ ਮਤਲਬ ਕਿ ਪੋਲੀਟੀਕਲ ਪਾਰਟੀਆਂ ਨੂੰ ਆਪਣੇ ਆਪ ਤੇ ਬਿਲਕੁਲ ਹੀ ਕੌਨਫੀਡੈਂਸ ਹੀ ਉੱਡ ਗਿਆ। ਚਲੋ ਸਾਡੇ ਲਈ ਤਾਂ ਚੰਗੀ ਖਬਰ ਹੈ ਸ਼ਰਮਾ ਸਾਹਿਬ, ਲੇਕਿਨ ਅਦਰਵਾਈਜ਼ ਇਹ ਇੱਕ ਬੇਤਬਾਰੀ ਜੀ ਬਣ ਗਈ ਹੈ ਕਿ ਜੇ ਅੱਜ ਇਲੈਕਸ਼ਨ ਹੁੰਦੀ ਹੈ ਪੂਰੇ ਮੁਲਕ ਦੇ ਵਿੱਚ ਤਾਂ ਬੀਜੇਪੀ ਦਾ ਰਾਜ ਹੋ ਜਾਏਗਾ ਸਟੇਟ ਸਮੇਤ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਜਿਹੜਾ ਇਹ ਜੋ ਲੋਕ ਇਹ ਗੱਲਾਂ ਵੀ ਕਰ ਰਹੇ ਨੇ, ਉਹ ਗੁਜਰਾਤ ਇਲੈਕਸ਼ਨਸ ਦੇ ਵਿੱਚ, ਗੁਰਦਾਸਪੁਰ ਬਾਈ ਇਲੈਕਸ਼ਨ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਏਗਾ। ਸੋ ਦੂਸਰੀ ਗੱਲ ਇਹ ਹੈ, ਸਾਡਾ ਮੇਨ ਪੁਆਇੰਟ ਇਹ ਹੈਗਾ ਹੈ ਕਿ ਜਿਹੜਾ ਡੈਮੋਕ੍ਰੈਟਿਕ ਸਿਸਟਮ ਬਣਿਆ ਹੋਇਆ ਹੈ, ਸਾਡੀ ਕਨਸਟੀਟਿਊਸ਼ਨ ਦਾ ਬਣਿਆ ਹੋਇਆ ਹੈ, ਇਹ ਜਿਸ ਤਰੀਕੇ ਦੇ ਨਾਲ ਇਹ ਲੋਕਤੰਤਰ ਚੱਲ ਰਿਹਾ ਹੈ, ਥੋੜੇ ਟਾਈਮ ਬਾਅਦ ਇਲੈਕਸ਼ਨਸ ਆ ਰਹੇ ਹੈ, ਲੀਡਰਾਂ ਦੀ ਜਵਾਬਦੇਹੀ ਬਣੀ ਹੋਈ ਹੈ, ਪੋਲੀਟੀਕਲ ਲੋਕਾਂ ਦੀ ਜਵਾਬਦੇਹੀ ਬਣੀ ਹੋਈ ਹੈ। ਉਸ ਜਵਾਬਦੇਹੀ ਕਰਕੇ ਹੀ ਪ੍ਰੋਪਰ ਜਿਹੜੇ ਪਲਾਨਸ ਨੇ ਉਹ ਇੰਪਲੀਮੈਂਟ ਹੋ ਰਹੇ ਨੇ, ਵਾਅਦੇ ਇੰਪਲੀਮੈਂਟ ਹੋ ਰਹੇ ਨੇ, ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਫਰ ਕਰਨਗੀਆਂ। ਸ਼ਰਮਾ ਸਾਹਿਬ, ਜੇ ਵਿਰੋਧੀ ਧਿਰ 'ਚ ਹੁੰਦਾ ਤਾਂ ਵੀ ਇਹ ਸਟੇਟਮੈਂਟ ਰਹਿੰਦੀ? ਬਿਲਕੁਲ ਇਹੀ ਸਟੇਟਮੈਂਟ ਰਹਿੰਦੀ। ਗੁਰਪ੍ਰੀਤ, ਮੈਂ ਸ਼ਰਮਾ ਜੀ ਦੀ ਜਿਹੜੀ ਹੁਣੇ ਗੱਲ ਕੀਤੀ ਹੈ, ਇਹ ਪੋਲੀਟੀਕਲ ਸਿਸਟਮ ਜਾਂ ਇਹ ਦੇਸ਼ ਦਾ ਸਿਸਟਮ ਇਹ ਇਦਾਂ ਨਹੀਂ ਸੀ ਬਣਿਆ ਹੋਇਆ। ਜਦੋਂ ਬਣਾਇਆ ਗਿਆ ਸੀ ਉਦੋਂ ਇਹੀ ਬਣਾਇਆ ਗਿਆ ਸੀਗਾ ਕਿ ਇਕੱਠੀਆਂ ਵੋਟਾਂ ਹੋਣ। ਇਹ ਵੀ ਬਾਅਦ ਵਿੱਚ ਤੁਹਾਡਾ ਵਿਗਾੜਿਆ ਹੋਇਆ ਸਿਸਟਮ ਹੈ। ਸਾਡਾ ਵਿਗਾੜਿਆ ਹੋਇਆ ਨਹੀਂ, ਕਾਂਗਰਸ ਦੀ ਸੈਂਟਰ ਗਵਰਨਮੈਂਟ ਦਾ ਉਦੋਂ ਦੇ ਸਮੇਂ ਦੇ ਉੱਤੇ ਵਿਗਾੜਿਆ ਹੋਇਆ ਸਿਸਟਮ ਹੈ। ਔਰ ਇਹ ਵਿਗੜਦਾ ਇੰਨਾ ਕੁ ਜ਼ਿਆਦਾ ਵਿਗੜ ਗਿਆ ਕਿ ਅੱਜ ਇਹਨੂੰ ਸਮੇਟਣਾ ਬੜਾ ਮੁਸ਼ਕਲ ਹੋ ਗਿਆ। ਇਸ ਲਈ ਅੱਜ ਇਹਨੂੰ ਦੁਬਾਰਾ ਜੇ ਸੁਧਾਰ ਕਰਕੇ ਆਪਾਂ ਵਾਪਸ ਲੈ ਕੇ ਜਾਂਦੇ ਆ ਤਾਂ ਇਹਦੇ 'ਚ ਕੋਈ ਅਸੀਂ ਅਨੋਖੀ ਚੀਜ਼ ਨਹੀਂ, ਨਵੀਂ ਚੀਜ਼ ਨਹੀਂ ਕਰਨ ਜਾ ਰਹੇ। ਅਸੀਂ ਵਿਗੜੇ ਹੋਏ ਸਿਸਟਮ ਨੂੰ ਸੁਧਾਰਨ ਵਾਸਤੇ ਜਾ ਰਹੇ ਹਾਂ। ਕੋਈ ਪਹਿਲਾਂ ਵਾਲਾ ਸਿਸਟਮ ਇੱਥੇ ਲਿਆਉਣ ਦੀ ਕੋਸ਼ਿਸ਼ ਕੋਈ ਵੀ ਸਿਸਟਮ ਜਿਹੜਾ ਹੈ ਨਾ ਉੱਤਰਾਂਚਲ 'ਚ ਜੋ ਕੀਤਾ ਗੋਆ 'ਚ ਜੋ ਕੁਝ ਹੋਇਆ, ਉਹ ਐਗਜ਼ਾਮਪਲਸ ਦਿਓ। ਕਾਂਗਰਸ ਦੀ ਗੱਲ ਨਾ ਕਰੋ, ਇਹਨਾਂ ਦੀ ਘੱਟ ਸੀਟਾਂ ਸੀਗੀਆਂ, ਹਾਰਸ ਟ੍ਰੇਡਿੰਗ ਕਰਕੇ ਗੋਆ ਸਰਕਾਰ ਬਣਾ ਕੇ, ਮਤਲਬ ਇੰਨੀ ਸ਼ਰਮ ਉੱਤਰਾਖੰਡ 'ਚ ਇਹਨਾਂ ਨੇ ਹਿਮਾਚਲ 'ਚ। ਔਰ ਇਸ ਤੋਂ ਵੱਡੀ ਗੱਲ ਮੈਂ ਦੱਸਦਾ, ਮੈਂ ਤੁਹਾਨੂੰ ਇੱਕ ਮਿੰਟ ਮੈਂ ਇੱਕ ਹੋਰ ਗੱਲ ਦੱਸ ਦਿੰਦਾ। ਇਹ ਇਹਨਾਂ ਨੇ ਸ਼ਗੂਫਾ ਛੱਡਿਆ ਸੀਗਾ ਦਸੰਬਰ 2016 'ਚ, ਠੀਕ ਹੈ, ਕਿ ਵੀ ਸਾਈਮਲਟੇਨੀਅਸ ਇਲੈਕਸ਼ਨ ਕਰਾਉਂਦਾ। ਉਦੋਂ ਇਹਨਾਂ ਨੂੰ ਲੱਗਦਾ ਸੀ ਇਹਨਾਂ ਦੀ ਬਹੁਤ ਵੇਵ ਹੈ। ਅੱਜ ਦੀ ਡੇਟ 'ਚ ਹੁਣ ਕਹਿਤਾ ਨਾ ਇਲੈਕਸ਼ਨ ਕਮਿਸ਼ਨ ਨੇ, ਹੁਣ ਇਸ ਵੇਲੇ ਇਹਨਾਂ ਦੀ ਇੰਨੀ ਡਾਊਨਫਾਲ ਹੋਈ ਹੈ ਕਿ ਇਹਨਾਂ ਦੇ ਆਪਦੇ ਮੈਂਬਰ ਇਹਨਾਂ ਦੇ ਖਿਲਾਫ ਬੋਲ ਰਹੇ। ਇਹ ਹੁਣ ਨਹੀਂ ਤਿਆਰ ਹੈਗੇ ਜੀ, ਕੋਈ ਨਹੀਂ ਆ ਰਹੀ। ਇਲੈਕਸ਼ਨ ਕਮਿਸ਼ਨ ਨੇ ਜਦੋਂ ਬੋਲਿਆ ਉਸ ਤੋਂ ਬਾਅਦ ਇੱਕ ਸਟੇਟਮੈਂਟ ਨਹੀਂ ਆਈ ਹੈ। ਇਲੈਕਸ਼ਨ ਕਮਿਸ਼ਨ ਨੇ ਬੋਲਿਆ ਉਸ ਤੋਂ ਬਾਅਦ ਕੋਈ ਬੀਜੇਪੀ ਦੀ ਸਟੇਟਮੈਂਟ ਨਹੀਂ ਹੈ। ਇਹਨਾਂ ਨੇ ਸ਼ਗੂਫਾ ਛੱਡਿਆ ਸੀ। ਮੈਂ ਤੇ ਹਵਾ ਤੁਹਾਡੇ ਕਹਿਣ ਨਾਲ ਜਿਸ ਤੇਜ਼ੀ ਬਦਲਦੀ ਹੁੰਦੀ ਤੇ ਉਹ ਕਦੇ ਦੀ ਬਦਲੀ ਹੋਣੀ ਸੀ। ਸਾਡਾ ਹਵਾ ਜਿਹੜੀ ਹੈਗੀ ਉਹ ਹੈਗੀ ਹੈ।
ਕਰਦੀ ਹੈ ਹਿੰਦੁਸਤਾਨ ਸਾਡਾ ਡੈਮੋਕ੍ਰੈਟਿਕ ਸਿਸਟਮ 1947 ਤੋਂ ਲੈ ਕੇ ਹੁਣ ਤੱਕ ਡਿਵੈਲਪ ਹੋਇਆ ਹੈ ਔਰ ਪੋਜ਼ਿਟਿਵਲੀ ਡਿਵੈਲਪ ਹੋਇਆ, ਨਾ ਕਿ ਉਹਦਾ ਹਾਸ ਹੋਇਆ, ਨਾ ਕਿ ਉਹਦਾ ਘਾਟ ਹੋਇਆ, ਪੋਜ਼ਿਟਿਵਲੀ ਡਿਵੈਲਪ ਹੋਇਆ ਹੁਣ ਤੱਕ। ਇੱਕ ਕਰਕੇ ਮੈਂ ਗੁਰਪ੍ਰੀਤ ਜੀ ਸਿਰਫ ਇਹ ਤੁਹਾਡੇ ਤੋਂ ਜਾਣਨਾ ਚਾਹਨਾ, ਜਿਸ ਹਵਾ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਸਾਡੀ ਹਵਾ ਹੈਗੀ ਹੈ, ਉਸ ਹਵਾ ਨੂੰ ਧਿਆਨ ਦੇ ਵਿੱਚ ਰੱਖਦੇ ਕੈਸ਼ ਕਰਨ ਦੇ ਲਈ ਇਹ ਨਹੀਂ ਸਮਰਥਨ ਕੀਤਾ ਜਾ ਰਿਹਾ? ਸਿੱਧੀ ਸਪਸ਼ਟ ਗੱਲ ਹੈ ਹਰਪ੍ਰੀਤ ਜੀ, ਜਾਂ ਲੋਕਾਂ ਨੂੰ ਸੋਚ ਕੇ ਕਿ ਲੋਕਾਂ ਦਾ ਖਰਚਾ ਘਟ ਜੇ, ਲੋਕਾਂ ਦਾ ਖਰਚਾ ਘਟ ਜੇ, ਖੱਜਲ ਖੁਆਰੀ ਘਟ ਜੇ, ਲੀਡਰਾਂ ਦੇ ਚੱਕਰ ਘਟ ਜਾਣ, ਰੈਲੀਆਂ ਘਟ ਜਾਣ, ਜਲਸੇ ਘਟ ਜਾਣ, ਇਹਨਾਂ ਲਈ ਕੀਤਾ ਜਾ ਰਿਹਾ। ਇਸੇ ਗੱਲ ਦਾ ਜਵਾਬ ਦੇਣ ਲੱਗਿਆ ਸੀਗਾ, ਇਹ ਵਿੱਚ ਬੋਲ ਪੈਂਦੇ ਨੇ, ਇਹਨਾਂ ਨੂੰ ਪਤਾ ਨਹੀਂ ਉਹਦੇ ਚ ਸਰ ਤੁਹਾਡੇ ਤੋਂ ਸਿੱਖੇ ਆ, ਮੈਂ ਬੋਲ ਰਿਹਾ ਸੀਗਾ, ਅਸੀਂ ਆਪਣੀ ਵਾਰੀ ਉਹੀ ਗੱਲ ਹੈ ਨਾ, ਆਪਣੀ ਮਨ ਕੀ ਬਾਤ ਕਰਨੀ ਹੈ ਤਾਂ ਠੀਕ ਹੈ। ਜੇ ਮੈਂ ਬੋਲਾਂ ਆਪ ਜੀ ਦੀ ਇਜਾਜ਼ਤ ਹੋਵੇ, ਠੀਕ ਹੈ। ਹਾਂਜੀ, ਅਸੀਂ ਹਵਾ ਦੀ ਗੱਲ ਇਹਨਾਂ ਨੇ ਕੀਤੀ ਸੀ, ਅਸੀਂ ਨਹੀਂ ਸੀ ਕੀਤੀ, ਪਹਿਲੀ ਗੱਲ। ਔਰ ਦੂਜੀ ਮੈਂ ਜਿਹੜੀ ਸਟਾਰਟਿੰਗ ਦੇ ਵਿੱਚ ਗੱਲ ਰੱਖੀ ਹੈ ਕਿ ਅੱਜ ਇਲੈਕਸ਼ਨ ਕਮਿਸ਼ਨ ਨੇ ਇਹ ਇੱਕ ਫੈਸਲਾ ਸਾਨੂੰ ਦੱਸਿਆ ਹੈ ਕਿ ਇਹ ਹੋ ਸਕਦਾ ਹੈ, ਸਾਡੇ ਵੱਲੋਂ ਸਾਡੀ ਤਿਆਰੀ ਹੈ ਪੂਰੀ। ਜੇ ਪੋਲੀਟੀਕਲ ਪਾਰਟੀਆਂ ਆਪਸ ਦੀ ਰਾਏ ਬਣਾ ਕੇ ਇਸ ਚੀਜ਼ ਦੇ ਉੱਤੇ ਹਾਮੀ ਭਰਦੀਆਂ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਅਸੀਂ ਪ੍ਰੈਕਟਿਸ ਨੂੰ ਅੱਗੇ ਲਿਜਾ ਸਕਦੇ ਹਾਂ। ਠੀਕ ਹੈ, ਗੱਲ ਸਿਰਫ ਇੰਨੀ ਹੋਈ ਸੀ, ਹਵਾ ਜਾਂ ਨਾ ਹਵਾ ਦੀ ਗੱਲ ਇਹਦੇ ਵਿੱਚ ਕਿਤੇ ਨਹੀਂ ਆਉਂਦੀ। ਦੂਜੀ ਗੱਲ ਨਹੀਂ, ਗੱਲ ਇਹ ਹੈ, ਮੈਂ ਸਿਰਫ ਇਹ ਜਾਣਨਾ ਚਾਹਨਾ ਬੀਜੇਪੀ ਦੀ ਮਨਸ਼ਾ ਕੀ ਹੈ? ਜੇ ਉਹ ਚਾਹੁੰਦੀ ਹੈ, ਜੇ ਤੁਹਾਡੀ ਪਾਰਟੀ ਚਾਹੁੰਦੀ ਹੈ ਕਿ ਸਟੇਟ ਦੀ ਇਲੈਕਸ਼ਨ ਸੈਂਟਰ ਦੇ ਨਾਲ ਹੋਵੇ, ਤਾਂ ਉਹਦੇ ਪਿੱਛੇ ਕਾਰਨ ਕੀ ਹੈ, ਮਨਸ਼ਾ ਕੀ ਹੈ ਤੁਹਾਡੀ? ਦੇਖੋ ਜੀ, ਇਹਦੇ ਵਿੱਚ ਕਾਰਨ ਵਾਲੀ ਗੱਲ ਤੇ ਸਿਰਫ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਲੋਕਾਂ ਦਾ ਸਮਾਂ ਬਚੇ, ਲੋਕਾਂ ਦਾ ਪੈਸਾ ਜਿਹੜਾ ਹੈ ਇਹ ਆਖਰਕਾਰ ਪਬਲਿਕ ਦਾ ਪੈਸਾ ਹੀ ਹੈ ਜਿਹੜਾ ਇਲੈਕਸ਼ਨਾਂ ਦੇ ਉੱਤੇ ਖਰਚ ਹੁੰਦਾ ਹੈ। ਅੱਜ ਆਮ ਆਦਮੀ ਨੂੰ ਅਸੀਂ ਫਾਇਦਾ ਪਹੁੰਚਾਉਣ ਲਈ ਜੋ ਕੁਝ ਕਰ ਰਹੀ ਹੈ ਸੈਂਟਰ ਦੀ, ਕੇਂਦਰ ਸਰਕਾਰ, ਮੋਦੀ ਦੀ ਸਰਕਾਰ, ਉਹਦੇ ਵਿੱਚ ਇੱਕ ਇਹ ਵੀ ਗੱਲ ਹੈ ਕਿ ਲੋਕਾਂ ਦੀ ਜੇਬ ਚੋਂ ਖਰਚਾ ਨਾ ਹੋਵੇ। ਇਹ ਟੈਕਸ ਪੇਅਰਸ ਦਾ ਪੈਸਾ ਹੈ। ਅਸੀਂ ਨਹੀਂ ਚਾਹੁੰਦੇ ਦੇਸ਼ ਦੇ ਉੱਤੇ ਬਿਨਾਂ ਵਜ੍ਹਾ ਦਾ ਭਾਰ ਪਾਉਣਾ, ਅਸੀਂ ਚਾਹੁੰਦੇ ਹਾਂ ਉਹਨਾਂ ਨੂੰ ਡਿਵੈਲਪਮੈਂਟ ਦੇ ਕੰਮਾਂ ਦੇ ਉੱਤੇ ਖਰਚ ਕਰੀਏ, ਅਸੀਂ ਹਿੰਦੁਸਤਾਨ ਦੀ ਡਿਵੈਲਪਮੈਂਟ ਵਾਸਤੇ ਅੱਗੇ ਵਧਣ ਲਈ ਕੰਮ ਕਰੀਏ। ਠੀਕ ਹੈ, ਇਹ ਸਾਡਾ ਸਿਰਫ ਜੀਵਨ ਦੱਸੋ। ਦੇਖੋ, ਮੈਂ ਉਹੀ ਗੱਲ ਰਿਪੀਟ ਕਰ ਰਿਹਾ, ਜਿਵੇਂ ਮੇਰੀ ਗੱਲ ਨੂੰ ਹੀ ਥੋੜਾ ਜਿਹਾ ਬਸ ਤੁਸੀਂ ਸਮਝਣ ਦੀ ਟਰਾਈ ਕਰੋ ਕਿ ਮੈਂ ਅਕਾਊਂਟੇਬਿਲਟੀ ਵਰਡ ਯੂਜ਼ ਕਰ ਰਿਹਾ। ਜਦੋਂ ਇੱਕ ਬੰਦਾ, ਮੇਰੀ ਗੱਲ ਉਹਨਾਂ ਨੇ ਪਹਿਲਾਂ ਪੂਰੀ ਨਹੀਂ ਹੋਣ ਦਿੱਤੀ, ਦੇਖੋ ਅਸੀਂ ਦਿੱਲੀ ਜਿੱਤੇ, MCD 'ਚ ਅਸੀਂ ਹਾਰ ਗਏ, ਠੀਕ ਹੈ। ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਹਾਂ ਅਸੀਂ ਕਿਧਰੇ ਆਪਣਾ ਕੰਮ ਪਹੁੰਚਾ ਨਹੀਂ ਸਕੇ ਜਾਂ ਕੋਈ ਸਾਡੇ ਤੋਂ ਕਮੀ ਹੈਗੀ, ਅਸੀਂ ਹੋਰ ਵੀ ਜ਼ਿਆਦਾ ਕੰਮ ਕੀਤਾ, ਫਿਰ ਅਸੀਂ ਬਵਾਨਾ ਜਿੱਤ ਗਏ। ਬਟ ਜਦੋਂ MCD ਹਾਰੇ, ਇਟ ਵਾਜ਼ ਅ ਰਿੰਗਿੰਗ ਬੈਲ ਫॉर ਅਸ, ਠੀਕ ਹੈ ਨਾ, ਭਾਵੇਂ ਕਿਸੇ ਵੀ ਕਾਰਨ ਕਰਕੇ ਹਾਰੇ, ਚਲੋ ਮੈਂ ਇਹਦੇ 'ਚ ਹੁਣ ਪੋਲਿਟਿਕਸ ਨਹੀਂ ਲੈ ਕੇ ਆਂਦਾ, ਕਿਸੇ ਵੀ ਕਾਰਨ ਕਰਕੇ ਹਾਰੇ, ਬਟ ਇਟ ਰੈਂਗ ਅ ਬੈਲ ਫॉर ਅਸ ਕਿ ਹਾਂਜੀ ਅਸੀਂ ਜਾਗ ਜਾਈਏ, ਠੀਕ ਹੈ। ਅਸੀਂ ਫਿਰ ਕੰਮ ਕੀਤਾ। ਹੁਣ ਇਹ ਜਿਹੜੇ ਕਾਰਨ ਨੇ ਰੀਜਨਲ ਪਾਰਟੀਜ਼, ਮੈਂ ਇਹ ਨਹੀਂ ਕਹਿ ਰਿਹਾ ਕਿ ਉਹਦੇ ਫਾਇਦੇ ਨਹੀਂ ਹੈਗੇ, ਪ੍ਰੋਜ਼ ਹੈਗੇ ਹੈ, ਬਟ ਉਹਦੇ ਕੌਨਸ ਵੀ ਹੈ। ਇਹ ਤੁਹਾਨੂੰ ਬੈਲੈਂਸ ਕਰਨਾ ਪਏਗਾ, ਸਾਰੀ ਪੋਲੀਟੀਕਲ ਪਾਰਟੀਆਂ ਨੂੰ ਬਿਠਾ ਕੇ ਇੱਕ ਜਿਹੜਾ ਡਰ ਦਾ ਮਾਹੌਲ ਇਹਨਾਂ ਨੇ ਦੇਸ਼ 'ਚ ਪੈਦਾ ਕੀਤਾ ਉਹ ਖਤਮ ਕਰਨਾ ਪਏਗਾ, ਠੀਕ ਹੈ ਨਾ, ਕਿਉਂਕਿ ਹਰ ਇੱਕ ਬੰਦਾ ਹੁਣ ਅੱਜ ਦੀ ਡੇਟ 'ਚ ਇਨਸਿਕਿਉਰ ਫੀਲ ਕਰ ਰਿਹਾ ਆਪਣੇ ਆਪ ਨੂੰ, ਤੇ ਉਸ ਡਰ ਨੂੰ ਜਦੋਂ ਖਤਮ ਕਰਨਗੇ, ਜੇ ਇਹ ਟੇਬਲ ਤੇ ਲੈ ਕੇ ਆਣਗੇ, ਫਿਰ ਮੁੱਦੇ ਡਿਸਕਸ ਕਰਨਗੇ ਤੇ ਉਹਦੇ ਪ੍ਰੋਸ ਐਂਡ ਕੌਨਸ ਕੈਲਕੂਲੇਟ ਕਰਨ ਤੋਂ ਬਾਅਦ ਜੋ ਡਿਸਾਈਡ ਹੋਏਗਾ। ਅੱਛਾ, ਮਤਲਬ ਬੀਜੇਪੀ ਜੋ ਕੁਝ ਵੀ ਲੈ ਕੇ ਆਉਂਦੀ ਹੈ ਲੋਕਾਂ ਨੂੰ ਡਰ ਦੀ ਭਾਵਨਾ ਨਾਲ ਦੇਖਦੇ ਆ। ਅੱਜ ਦੀ ਡੇਟ ਤੇ ਜੋ ਮਾਹੌਲ ਇਹਨਾਂ ਨੇ ਦੇਸ਼ ਕੀਤਾ ਹੋਇਆ ਹੈ, ਆਪਣੇ ਹਿਸਾਬ ਨਾਲ ਨੈਸ਼ਨੈਲਿਟੀ ਦੇ ਦਿੰਦੇ ਆ ਕਿ ਵੀ ਇਹ ਬੰਦਾ ਨੈਸ਼ਨਲਿਸਟ ਹੈ, ਜਿਹੜਾ ਮੋਦੀ ਜੀ ਦੀ ਇਹਨਾਂ ਨੇ ਤਾਂ ਫਿਰ ਯਸ਼ਵੰਤ ਸਿੰਘਾਂ ਨੂੰ ਵੀ ਨਹੀਂ ਹੁਣ ਤਾਂ ਜਿਹੜੀ ਪਾਰਟੀ ਸਾਡੇ ਅੱਤਵਾਦੀਆਂ ਦੇ ਫੰਡ ਦੇ ਨਾਲ ਤੁਰਦੀ ਹੋਵੇ ਜਾਂ ਬਾਹਰ ਲਿਆਉਣਾ ਨਾਲ, ਉਹ ਸਾਨੂੰ ਸਮਝਾਉਣ ਲੱਗੇ। ਇਹ ਦੇਖੋ ਇੰਨਾ ਗਲਤ ਤੁਹਾਡਾ ਆਮ ਆਦਮੀ ਪਾਰਟੀ ਦਾ ਕਲੀਅਰ ਕੱਟ ਹੋ ਚੁੱਕਾ ਹੈ। ਇਹ ਨਹੀਂ ਦੇਖਦੇ ਕਿ ਟੀਵੀ ਤੇ ਬੈਠੇ ਇੰਨਾ ਗਲਤ ਜ਼ਿੰਮੇਵਾਰੀ ਨਾਲ ਕਹਿੰਦੇ ਦਹਿਸ਼ਤ ਦਾ ਮਾਹੌਲ ਇਹਨਾਂ ਪੂਰੇ ਦੇਸ਼ ਕਰਤਾ, ਦਹਿਸ਼ਤ ਪੂਰੀ ਜ਼ਿੰਮੇਵਾਰੀ ਨਾਲ ਕਹਿੰਦੇ ਅਸੀਂ। ਕਾਉ ਵਿਜੀਲੈਂਟਸ ਨੇ ਕਿੰਨੇ ਲੋਕਾਂ ਨੂੰ ਮਾਰਤਾ, ਇਹ ਦੇਖੋ ਪਾਰਟੀ ਦੇ ਸਬੰਧ ਕੀ ਹਾਲ ਇਹਨਾਂ ਨੇ ਦੇਸ਼ ਦੇ ਵਿੱਚ ਕੀਤਾ। ਜਿਹੜਾ ਬੰਦਾ ਮੋਦੀ ਜੀ ਨੂੰ ਕੁਝ ਕਹਿ ਦੇ, ਉਹਨਾਂ ਦੀ ਪਾਲਿਸੀਜ਼ ਦੇ ਖਿਲਾਫ ਬੋਲਦੇ, ਵਨ ਐਟ ਅ ਟਾਈਮ ਬੋਲ ਲਓ। ਮੈਂ ਤਾਂ ਕਹਿ ਰਿਹਾ, ਮੈਂ ਇੰਨਾ ਮਤਲਬ ਇੱਕ ਮਿੰਟ ਹੌਸਲਾ ਰੱਖੋ, ਹੌਸਲਾ ਤੁਸੀਂ ਰੱਖੋ। ਇੱਕ ਬੰਦਾ ਬੋਲ ਰਿਹਾ, ਮੇਰੇ ਤੋਂ ਪੁੱਛਿਆ, ਮੈਂ ਦੱਸ ਰਿਹਾ। ਮੈਂ ਜਰਾ ਸਵਾਲ ਹੋਰ ਵੀ ਬਥੇਰੇ ਨੇ, ਮੈਂ ਤੁਹਾਡੇ ਤੋਂ ਜਾਣਨਾ ਚਾਹਨਾ ਖਾਲਿਦ ਸਾਹਿਬ ਕਿ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਜਸਤੇਜ ਜੀ ਨੇ ਕਿ ਅਕਾਊਂਟੇਬਿਲਿਟੀ, ਜੇ ਇੱਕ ਇਲੈਕਸ਼ਨ ਤੁਸੀਂ ਲੋਕ ਸਭਾ ਦੀ ਜਿੱਤਦੇ ਹੋ, ਵਿਧਾਨ ਸਭਾ ਦੀ ਜਿੱਤਦੇ ਹੋ, ਤਾਂ ਥੋੜੀ ਦੇਰ ਬਾਅਦ ਤੁਹਾਡੀ MCD ਦੀ ਇਲੈਕਸ਼ਨ ਆ ਜਾਂਦੀ ਹੈ ਜਾਂ ਕੋਈ ਬਾਈ ਇਲੈਕਸ਼ਨ ਆ ਜਾਂਦੀ ਹੈ, ਤਾਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਤੁਸੀਂ ਕਿੱਥੇ ਖੜੇ ਹੋ, ਤੁਹਾਡਾ ਕੰਮ ਡਿਲੀਵਰ ਹੋ ਰਿਹਾ ਜਾਂ ਨਹੀਂ ਹੋ ਰਿਹਾ, ਲੋਕ ਕੀ ਚਾਹੁੰਦੇ ਨੇ, ਲੋਕ ਤੁਹਾਡੇ ਕੰਮਾਂ ਤੋਂ ਖੁਸ਼ ਨੇ ਜਾਂ ਨਹੀਂ ਖੁਸ਼ ਨੇ। ਅਜਿਹੀਆਂ ਜਿਹੜੀਆਂ ਪੌੜੀ ਦਰ ਪੌੜੀਆਂ ਆਉਂਦੀਆਂ ਨੇ ਉਹ ਹੈਲਪ ਕਰਦੀਆਂ ਨੇ ਲੋਕਾਂ ਦੀ ਵੀ ਔਰ ਪੋਲੀਟੀਕਲ ਪਾਰਟੀਆਂ ਦੀ ਵੀ। ਦੇਖੋ ਇਦਾਂ ਵੀ ਪਹਿਲੀ ਤਾਂ ਚੀਜ਼ ਇਹ ਹੈਗੀ ਹੈ, ਸ਼ੁਰੂ ਦੇ ਵਿੱਚ ਜਿਹੜਾ ਇਲੈਕਸ਼ਨ ਹੋਇਆ ਸੀਗਾ ਉਹ ਕਨਸਟੀਟਿਊਸ਼ਨ ਦਾ ਪਾਰਟ ਨਹੀਂ ਸੀਗਾ, ਬਲਕਿ ਉਹ ਇੱਕ ਨੈਚੁਰਲ ਪ੍ਰੋਸੈਸ ਸੀਗਾ, ਕਿਉਂਕਿ ਇਲੈਕਸ਼ਨ ਹੋਣੇ ਹੀ ਹੋਣੇ ਸੀਗੇ 1952 ਦੇ ਵਿੱਚ, ਕੇਂਦਰ ਦੇ ਵਿੱਚ ਵੀ ਹੋਣੇ ਸੀਗੇ, ਰਾਜਾਂ ਦੇ ਵਿੱਚ ਵੀ ਹੋਣੇ ਸੀਗੇ, ਇਸ ਕਰਕੇ ਉਹ ਬਣਾਇਆ ਨਹੀਂ ਗਿਆ ਸੀਗਾ। ਦੂਸਰੀ ਚੀਜ਼, ਜਿਹੜੀਆਂ ਪੋਲੀਟੀਕਲ ਪਾਰਟੀਜ਼ ਇਹ ਗੱਲ ਕਹਿੰਦੀਆਂ ਕਿ ਇਹਦੇ ਨਾਲ ਰਿਫਾਰਮਸ ਹੋ ਜਾਏਗਾ, ਭਲਾ ਹੋ ਜਾਏਗਾ,
ਰਿਫਾਰਮ ਤਾਂ ਹੈਗਾ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਫੈਸਲਾ ਕਰਨ ਅਸੀਂ ਨਹੀਂ ਆਰਟੀਆਈ ਦੇ ਅੰਡਰ ਅਸੀਂ ਆ ਰਹੇ ਹਾਂ। ਰਿਫਾਰਮ ਤਾਂ ਇਹ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਇਹ ਫੈਸਲਾ ਕਰਨ ਕਿ ਜਿਹੜਾ ਟੀਵੀ ਤੇ ਕਰੋੜਾਂ ਅਰਬਾਂ ਰੁਪਇਆ ਖਰਚ ਹੁੰਦਾ ਹੈ ਐਡਸ ਦੇ ਉੱਪਰ, ਉਹ ਅਸੀਂ ਨਹੀਂ ਕਰਾਂਗੇ, ਡਿਬੇਟਸ ਕਰਾਂਗੇ, ਡਿਸਕਸ਼ਨ ਕਰਾਂਗੇ, ਉਹਦੇ ਮੁਤਾਬਕ ਲੋਕ ਫੈਸਲਾ ਕਰਨਗੇ ਕਿਹਨੂੰ ਵੋਟ ਪਾਉਣੀ ਹੈ ਨਹੀਂ ਪਾਉਣੀ ਹੈ। ਰਿਫਾਰਮਸ ਦਾ ਮਤਲਬ ਅਗਰ ਆਪਾਂ ਪੈਸਾ ਬਚਾਉਣਾ ਚਾਹੁੰਦੇ ਹਾਂ, ਦੇਖੋ ਦੋ ਹੀ ਚੀਜ਼ਾਂ ਨਾ, ਜਾਂ ਕਾਸਟ ਹੈ ਜਾਂ ਟਾਈਮ ਹੈ। ਲੋਕਾਂ ਦਾ ਵੀ ਟਾਈਮ ਬਚੂ, ਪਾਰਟੀਆਂ ਦਾ ਵੀ ਟਾਈਮ ਬਚੂ। 7 ਲੱਖ ਦੇ ਕਰੀਬ ਪੋਲਿੰਗ। ब्रेक तो बाद दर्शकों का एक बार फिर तो स्वागत है। साड़ी विचार चर्चा जारी है और जी गल ये आई है कि चोण कमीशन ने कहा कि असी तैयार हाँ जेकर राजनीतिक पार्टियां की सहमति बनती है तो लोक सभा ते वख-वख सूबियां दी जिहड़ियां विधान सभा दी चोणां इक्को वेले करवाईयां जा सकदियां ने। इस ते बहस हो रही है। मैं ढिल्लों साहब तुहाडे तो जानना चाहना, चलो फर्ज कर लैंदे आ, फर्ज करके चलते हैं कि सारियां राजनीतिक पार्टियां दे विच एक सुरता भी बन गई, चोण कमीशन भी राजी हो गया तो मुल्क दे विच इक्को वेले चोणां हो रही ने, फिर सिनेरियो की बनदा? ਤੁਹਾਡੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ? ਪਾਰਟੀ ਨੇ ਜਿਹੜਾ ਵਰਕ ਕੀਤਾ ਹੈ, ਕੰਮ ਕੀਤਾ ਸਰਕਾਰ ਦੇ, ਉਹ ਪਰਫਾਰਮੈਂਸ ਦੇ ਉੱਤੇ ਜਾਂਦੀ ਹੈ। ਅਸੀਂ ਹਰ ਮੰਤਰਾਲੇ ਦੀਆਂ ਰਿਪੋਰਟ ਕਾਰਡਸ ਮੰਗੀਆਂ, ਮੋਦੀ ਸਾਹਿਬ ਨੇ ਹਰ ਮੰਤਰੀ ਨੂੰ ਇਹ ਗੱਲ ਕਹੀ ਹੋਈ ਹੈ ਕਿ ਆਪਣੀ ਆਪਣੀ ਰਿਪੋਰਟ ਕਾਰਡ ਲੈ ਕੇ ਆਓ, ਉਹਦੇ ਆਧਾਰ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਅਸੀਂ ਵੋਟ ਮੰਗਣ ਜਾਣਾ। ਔਰ ਜਿਹੜਾ ਪਿਛਲੇ ਤੁਸੀਂ ਦੇਖਿਆ ਕਿ ਜਿਹੜੀ ਵਿਸਤਾਰ ਵੀ ਕੀਤਾ ਗਿਆ ਕੈਬਨਿਟ ਦਾ, ਕੈਬਨਿਟ ਦੇ ਵਿਸਤਾਰ ਦੇ ਅੰਦਰ ਵੀ ਉਹਨਾਂ ਨੇ ਪਰਫਾਰਮੈਂਸ ਦੇ ਆਧਾਰ ਦੇ ਉੱਤੇ ਉਹਨੂੰ ਕਿਸੇ ਨੂੰ ਪ੍ਰਮੋਸ਼ਨ ਦਿੱਤੀ ਹੈ ਜਾਂ ਕੋਈ ਅਗਲਾ ਮੰਤਰਾਲੇ ਦਿੱਤਾ। ਇਸ ਚੀਜ਼ ਤੋਂ ਪਬਲਿਕ ਦੇ ਵਿੱਚ ਵੀ ਇੱਕ ਮੈਸੇਜ ਜਾਂਦਾ ਕਿ ਪਾਰਟੀ ਜਿਹੜੀ ਆ ਉਹ ਸਹੀ ਟਰੈਕ ਦੇ ਉੱਤੇ ਚੱਲ ਰਹੀ ਹੈ, ਕੰਮ ਵਧੀਆ ਕਰ ਰਹੀ ਹੈ। ਬਾਕੀ ਜਿਹੜੀਆਂ ਅਦਰ ਸਟੇਟਸ ਨੇ ਉਹਨਾਂ ਵਿੱਚ ਵੀ ਕੰਮ ਬੜੇ ਸਹੀ ਢੰਗ ਨਾਲ ਅੱਗੇ ਚਲਾਉਣ ਦੀ ਉਹਦੇ ਵਿੱਚ ਆਪਣੀ ਅਗਰਸਰ ਹੈ। ਇਸ ਕਰਕੇ ਸਾਨੂੰ ਇਹ ਲੱਗਦਾ ਹੈ ਕਿ ਜਦੋਂ ਨੈਕਸਟ ਇਲੈਕਸ਼ਨ ਹੋਣੀ ਹੈ 2019 ਦੀ, ਉਹਦੇ ਵਿੱਚ ਕੋਈ ਹੋਰ ਪਾਰਟੀ ਬੀਜੇਪੀ ਦੇ ਬਰਾਬਰ ਜਾਂ ਬੀਜੇਪੀ ਦੇ ਐਨਡੀਏ ਦੇ ਜਿਹੜਾ ਸਾਡਾ ਅਲਾਈਅੰਸ ਹੈ ਉਹਦੇ ਬਰਾਬਰ ਕਿਤੇ ਨੇੜੇ ਤੇੜੇ ਵੀ ਖੜੀ ਹੁੰਦੀ ਨਜ਼ਰ ਨਹੀਂ ਆਉਂਦੀ। ਇਹ ਇੱਕ ਸਟਾਰਟਿੰਗ ਦੀ ਪਿਕਚਰ ਹੈ। ਬਾਕੀ ਜਿਵੇਂ ਜਿਵੇਂ ਅੱਗੇ ਮਾਹੌਲ ਆਏਗਾ, ਤਸਵੀਰ ਤੁਸੀਂ 2017 ਚ ਬਣਾਤੀ ਹੈ 2019 ਦੀ ਤਸਵੀਰ ਤੁਹਾਨੂੰ ਹੁਣ ਲੱਗ ਰਿਹਾ ਹੈ ਸ਼ਰਮਾ ਜੀ? देखो जो मतलब जेकर अजिहा इन्हां दा मतलब सपना ही कवांगे कि ये जे सच हो जाता है तो फिर तुहानूं बड़े जल्दी वापसी करनी पेगी। देखो सपने की गल है कि ये मैनूं लगदा गुरदासपुर बाई इलैक्शन च टुट जाना, अगे गुजरात दे इलैक्शनस आ रहे ने उन्हां च तां फिर सपना नाइटमेयर बन जाना। ते आपां जिस मुद्दे की गल पहला कर रहे सीगे, मैं एक गल करना चाहता कि जी राज्य जिहड़े स्टेट और कौमी मुद्दे है उन्हां च बहुत फर्क है। जदों सरकार सेंटर की चुनी जाती तो कौमी मुद्दों ते चुनी जाती, जो स्टेट की चुनी जाती वो स्टेट दे, जो हल्के का एमएलए चुनिया जाता सारी गल्लां ठीक है। पर शर्मा जी एक धारणा ये भी है ना कि जे सेंटर दे विच जिहड़ी पार्टी होवे या स्टेट दे विच जिहड़ी पार्टी होवे तां ओह जिहड़ा स्टेट ओह वध तरक्की करदा। लोकां दी साइकी थोड़ी इदां दी बनी, इदां दी कोई गल नहीं। सेंटर दे विच हुण तुहाडी कांग्रेस दी सरकार है, हुण तुसीं वार-वार कहंदे हो कि सेंटर दे विच साडी मदद नहीं करदे, बीजेपी वाले फंड नहीं दिंदे, सानू लिमिट नहीं जारी करदे, असीं की करिए? पर जदों स्टेट दे विच अजिही सरकार होएगी जिहड़ी सेंटर च भी होएगी फिर तुसीं जवाबदेही तुहाडी बनेगी। पर इस तो उल्ट जदों मनमोहन सिंह जी की सरकार सी उदों पंजाब नूं सब तो वध फंड्स आए, साडे हर मिनिस्ट्री ईवन जयराम रमेश जी भी इत्थे आए सीगे ते मनमोहन सिंह जी ने दिल खोल के जिहड़ा है चाहे कणक दा बोनस होवे चाहे समर्थन मुल होवे कोई भी चीज़ होवे ऐदां दी कोई गल नहीं हुंदी। ये डिपेंड करदा कि बीजेपी वाले करदे कांग्रेस वाले नहीं करदे। बिल्कुल बिल्कुल वो 10 सालां दा सामने है, सेंटर च कांग्रेस दी सरकार सी, पंजाब च अकाली दल दी सरकार सी, बैठे हुए ने दिल खोल के मनमोहन सिंह जी ने जिहड़ा है बिल्कुल घोटाले दा अज कल ही तुहाडा दिल खोल के घोटाला आ गया जी 80,000 तो किन्ने 18,000 गुणा रिटर्न तुहाडी जीएसटी इक्को बंदा जिन्हों नोटबंदी दा फायदा होया, बाकी गरीब बंदे लाइनां च लगे मर गए। नोटबंदी दा फायदा सिर्फ और सिर्फ उस बंदे नूं होया जिहदी 80,000 तो टर्नओवर बढ़ के किन्ने हजार करोड़ तक आ गई। अगली गल सुनो, अगली गल अमीर हो गए नोटबंदी बिल्कुल बिल्कुल और गरीब बंदियां दा लक टुट गया। ये बीजेपी दी पॉलिसी है। देखो जेड़े अपनी मन दी गल कर लेंदे दूजे दी नहीं। देखो जो अज साडे मुद्दे ने, साडा जो डिफेंस दा मुद्दा है, जो साडे डेवलपमेंट दे मुद्दे ने, पिछले 2-2.5 साल इन्हां ने हिंदुत्व और नोटबंदी सॉरी चाहे गो मास चाहे कुछ ओदे विच इन्हां ने जाके रखिया। तुसी देखो तुसी तबूत तक बेचते सी सैनिकां दे कारगिल वेले, ਉਹ ਗੱਲਾਂ ਛੱਡੋ ਤੁਸੀਂ
ਆਪਣੇ ਗਰੇਬਾਨ ਦੇ ਵਿੱਚ ਝਾਕੋ। ਤੇ ਦੂਜੀ ਗੱਲ ਇਹ ਆ, ਇਹ ਸਿਰਫ ਜਿਹੜੇ ਪਬਲਿਕ ਦੇ ਮੁੱਦੇ ਆ, ਇੰਟਰਸਟ ਦੇ, ਜਿਹੜੇ ਦੇਸ਼ ਦੇ ਇੰਟਰਸਟ ਦੇ ਮੁੱਦੇ ਆ, GDP ਦੀ ਗੱਲ ਹੈ, ਵਿਕਾਸ ਦਰ ਦੀ ਗੱਲ ਹੈ, ਗਰੋਥ ਦੀ ਗੱਲ ਹੈ, ਆਰਥਿਕ ਇਕਨੋਮਿਕ ਗਰੋਥ ਦੀ ਗੱਲ ਹੈ। ਮਨਮੋਹਨ ਸਿੰਘ ਜੀ ਜਦੋਂ ਪ੍ਰਾਈਮ ਮਿਨਿਸਟਰ ਸੀਗੇ, ਪੂਰੇ ਦੁਨੀਆ ਦੇ ਵਿੱਚ ਰਿਸੈਸ਼ਨ ਆਈ ਸੀ, ਪਰ ਮਨਮੋਹਨ ਸਿੰਘ ਜੀ ਨੇ ਹਿੰਦੁਸਤਾਨ ਨੂੰ ਬਚਾ ਕੇ ਰੱਖਿਆ, ਇੱਕ ਲੈਵਲ ਤੇ ਮੇਨਟੇਨ ਕਰਕੇ ਰੱਖਿਆ। ਉਹ ਮੁੱਦਿਆਂ ਤੋਂ ਚੱਕ ਕੇ ਇਹਨਾਂ ਨੇ ਇਦਾਂ ਦੇ ਫालतू ਮੁੱਦਿਆਂ ਦੇ ਵਿੱਚ ਲੋਕਾਂ ਨੂੰ ਉਲਝਾ ਰੱਖਣਾ, ਹੋਰ ਗੱਲ ਕੋਈ ਨਹੀਂ ਹੈ। ਪਰ ਲੋਕ ਇਹਨਾਂ ਨੂੰ ਗੁਰਦਾਸਪੁਰ ਬਾਈ ਇਲੈਕਸ਼ਨ, ਉਸ ਤੋਂ ਬਾਅਦ ਗੁਜਰਾਤ ਔਰ ਬਾਕੀ ਸਟੇਟਾਂ ਦੇ ਇਲੈਕਸ਼ਨ ਔਰ 2019 ਵਿੱਚ ਜਵਾਬ ਦੇਣਗੇ। ਤੁਸੀਂ ਗੁਰਦਾਸਪੁਰ ਸਾਹਮਣੇ ਆ ਜਾਣਾ, ਉਹਦੇ 'ਚ ਹੀ ਦੇਖ ਲਿਓ ਪੂਰਾ ਜਵਾਬ ਤੁਸੀਂ ਇਹ ਗੱਲ ਅੱਜ ਗਣਾਤੀਆਂ ਨੇ ਆਪਣੀਆਂ ਵੀ ਉਦੋਂ ਰਿਸੈਸ਼ਨ ਆਇਆ ਸੀਗਾ। ਜਿਹੜੇ 10 ਸਾਲ ਦੀ ਸਰਦਾਰ ਮਨਮੋਹਨ ਸਿੰਘ ਜੀ ਦੀ ਸਰਕਾਰ ਸੀਗੀ, ਜਿਹੜੀ ਲੀਡਡ ਬਾਏ ਪਿੱਛੋਂ ਦੀ ਸੋਨੀਆ ਗਾਂਧੀ ਦੀ ਸੀ। ਹੁਣ ਵੀ ਨਾਗਪੁਰ ਤੋਂ ਹੀ ਲੀਡ ਹੁੰਦੀ ਹੈ ਸਰਕਾਰ, ਮਿਨਿਸਟਰੀ ਵੀ ਨਾਗਪੁਰ ਤੋਂ ਚੇਂਜ ਹੁੰਦੀ ਹੈ, ਮਿਨਿਸਟਰੀਆਂ ਵੀ ਨਾਗਪੁਰ ਤੋਂ ਚੇਂਜ ਹੁੰਦੀਆਂ। ਜਿਹੜੀ ਸਾਰੇ ਸਰਕਾਰ ਚਲਾ ਰਹੇ ਆ, ਉਹ ਸਾਰੇ ਸਰਕਾਰ ਚਲਾ ਰਹੇ ਆ। ਪਹਿਲਾਂ ਤਾਂ ਚਲੋ ਤੁਸੀਂ ਕਹਿੰਦੇ ਹੋ ਏਦਾਂ, ਹੁਣ ਤਾਂ 3 ਇੰਡਸਟਰੀਅਲਿਸਟ ਸਰਕਾਰ ਚਲਾ ਰਹੇ ਆ ਵੱਡੇ। ਦੇਖੋ 2 ਮਿੰਟ ਦੇਖੋ, ਆਪਾਂ ਇੱਕ ਕਰਕੇ ਗੱਲ ਕਰੀਏ। ਅੱਜ ਮੋਦੀ ਦੀ ਸਰਕਾਰ 3 ਸਾਲ ਤੋਂ ਜਿਹੜੀ ਚੱਲਦੀ ਆ ਰਹੀ ਹੈ, ਉਹਦੇ ਵਿੱਚ ਹਰ ਦੂਜੇ ਤੀਜੇ ਦਿਨ ਕੋਈ ਗਰੀਬਾਂ ਵਾਸਤੇ ਨਵੀਂ ਸਕੀਮ ਆਉਂਦੀ ਹੈ, ਕੋਈ ਇੱਕ ਇਹੋ ਜਿਹੀ ਯੋਜਨਾ ਆਉਂਦੀ ਹੈ ਜਿਹਦੇ ਨਾਲ ਆਮ ਦੇਸ਼ ਦਾ ਭਲਾ ਹੋਣਾ ਹੁੰਦਾ। ਠੀਕ ਹੈ। ਔਰ ਜਦੋਂ ਇਹਨਾਂ ਦੀ ਸਰਕਾਰ ਸੀ ਕਾਂਗਰਸ ਦੀ, ਉਦੋਂ ਹਰ ਚੌਥੇ ਦਿਨ ਕੋਈ ਨਾ ਕੋਈ ਨਵਾਂ ਘੁਟਾਲਾ ਆਉਂਦਾ ਹੁੰਦਾ ਸੀਗਾ। ਹਰ ਚੌਥੇ ਦਿਨ ਅਖਬਾਰ ਦੀਆਂ ਸੁਰਖੀਆਂ ਦੇ ਵਿੱਚ ਕਦੀ ਕੋਇਲੇ ਦਾ ਘੁਟਾਲਾ, ਕਦੀ ਕਿਸੇ ਹੋਰ ਚੀਜ਼ ਦਾ ਘੁਟਾਲਾ। ਮੈਨੂੰ ਦੱਸੋ, ਤੇ ਅੱਜ 3 ਸਾਲਾਂ ਦੇ ਵਿੱਚ ਆਰੋਪ ਲੱਗਦੇ, ਮੈਨੂੰ ਇਹ ਦੱਸੋ ਤੁਹਾਡੀ ਸਰਕਾਰ ਹੈ, ਸੈਂਟਰ ਦੇ ਵਿੱਚ CBI ਤੁਹਾਡੇ ਕੋਲ ਹੈ, ਮੈਨੂੰ ਇਹ ਦੱਸੋ ਕਿਹੜਾ ਮਿਨਿਸਟਰ, ਮੈਨੂੰ ਦੱਸੋ, ਬਿਲਕੁਲ ਨਹੀਂ, ਜਦੋਂ ਇਹਨਾਂ ਨੇ ਆਪ ਨਹੀਂ ਕੀਤੇ ਆਰੋਪ ਕਿਹੜਾ ਸਾਬਿਤ ਹੋਇਆ, ਕਿਹੜਾ ਮੈਨੂੰ ਦੱਸੋ। ਅੱਜ ਸਾਡੇ ਸਾਡੀ ਪਰਫਾਰਮੈਂਸ ਦੇ ਬੇਸ ਦੇ ਉੱਤੇ ਗੱਲ ਕਰਦੇ ਆ। ਅੱਜ ਜੇ ਸਾਡੀਆਂ ਸੜਕਾਂ ਬਣ ਰਹੀਆਂ ਨੇ ਬੜੀ ਸਪੀਡ ਦੇ ਨਾਲ, ਸਾਡੇ ਰੇਲਵੇ ਟਰੈਕ ਵਿਛ ਰਹੇ ਨੇ ਬੜੀ ਸਪੀਡ ਦੇ ਨਾਲ, ਸਾਡੀ ਸਰਕਾਰ ਦੇ ਵੇਲੇ ਔਰ ਜਿਹੜੇ ਰੇਲ ਹਾਦਸੇ ਇੱਕ ਦਿਨ 'ਚ 3 ਹਾਦਸੇ ਹੋ ਰਹੇ ਨੇ, ਉਹ ਜਲਦੀ ਸਾਹਿਬ ਨੂੰ ਕਿ ਆਪਣਾ ਜਦੋਂ ਸਲੋਟ ਆਉਂਦਾ ਨਾ ਉਦੋਂ ਬੋਲ ਲਿਆ ਕਰਨ ਨੇ। ਅਲਟੀਮੇਟਲੀ ਵੀ ਸ਼ੁੱਡ ਬੀ ਡਿਸਕਸਿੰਗ ਕਿ ਵੀ ਹਾਂ ਇਹ ਪ੍ਰੋਜ਼ ਐਂਡ ਕੌਨਸ ਕੀ ਨੇ, ਸਾਈਮਲਟੇਨੀਅਸ ਇਲੈਕਸ਼ਨ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ। ਠੀਕ ਹੈ, ਜੋ ਪਾਰਟੀ ਦਾ ਸਟੈਂਡ ਹੈ। ਗੱਲ ਇਹ ਹੈ ਜਸਤੇਜ ਜੀ, ਹੁਣ ਇਹ ਜਿਹੜੀ ਚਰਚਾ ਛਿੜੀ ਹੈ, ਸਿਰਫ ਬੀਜੇਪੀ ਨੂੰ ਛੱਡ ਕੇ ਹੋਰ ਰਾਜਨੀਤਿਕ ਪਾਰਟੀਆਂ ਇਸ ਤੇ ਸਹਿਮਤੀ ਕਿਉਂ ਨਹੀਂ ਪ੍ਰਗਟਾ ਰਹੀਆਂ? ਖਦਸ਼ਾ ਇਹ ਪੈਦਾ ਹੋ ਰਿਹਾ ਵੀ ਕੀ ਸਿਰਫ ਇਹ ਡਰ ਹੈ, ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਬੈਂਸ ਸਾਹਿਬ ਨੇ ਕਿਹਾ ਸੀਗਾ ਵੀ ਪੋਲੀਟੀਕਲ ਪਾਰਟੀਆਂ ਨੂੰ ਇੰਨਾ ਡਰ ਪੈ ਗਿਆ ਕਿ 2019 ਦੇ ਵਿੱਚ ਜੇਕਰ ਇਲੈਕਸ਼ਨ ਇਕੱਠੀ ਹੁੰਦੀ ਹੈ ਤਾਂ ਬੀਜੇਪੀ ਜਿੱਤ ਜਾਏਗੀ? ਨਹੀਂ ਸਰ, ਤੁਸੀਂ ਥੋੜਾ ਜਿਹਾ ਵਰਡਸ ਨੂੰ ਟਵਿਸਟ ਕਰ ਰਹੇ ਹੋ। ਨਹੀਂ, ਮੈਂ ਤੁਹਾਡੇ ਤੋਂ ਪੁੱਛ ਰਿਹਾ ਨਾ। ਹਾਂ, ਮੈਂ ਦੱਸ ਰਿਹਾ ਹਾਂ ਵੀ ਉਹਦੇ ਤੇ ਸਪਸ਼ਟੀਕਰਨ ਕਿਉਂ ਨਹੀਂ? ਮੈਂ ਸਾਰੀਆਂ ਚੀਜ਼ਾਂ ਨੂੰ ਛੱਡ ਦਿੰਦਾ। ਚਲੋ ਇਹ ਸਭ ਕੁਝ ਚੋਣ ਕਮਿਸ਼ਨ ਨੇ ਜਿਹੜਾ ਕਿਹਾ ਕਿ ਅਸੀਂ ਅਰੇਂਜ ਕਰ ਲਾਂਗੇ, ਇਹਨਾਂ ਨੂੰ ਦਰਕਿਨਾਰ ਕਰਕੇ ਮੈਂ ਇੱਕ ਪੋਲੀਟੀਕਲ ਸਟੇਟਮੈਂਟ ਤੁਹਾਡੀ ਪਾਰਟੀ ਵੱਲੋਂ ਜ਼ਰੂਰ ਜਾਣਨਾ ਚਾਹਨਾ ਕਿ ਤੁਹਾਡੀ ਪਾਰਟੀ ਸਹਿਮਤ ਹੈ ਜਾਂ ਨਹੀਂ। ਹਾਂ ਜਾਂ ਨਾ? ਇੱਕ ਮਿੰਟ, ਇਹ ਤੁਸੀਂ ਪਲੀਜ਼ ਡੋਂਟ ਪੁੱਟ ਵਰਡਸ ਇਨ ਮਾਈ ਮਾਊਥ। ਹਰਪ੍ਰੀਤ ਜੀ, ਇਹ ਕੋਈ ਮੁੱਦਾ ਇੱਥੇ ਇਹ ਨਹੀਂ ਹੈ। ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਕਿ ਇਲੈਕਸ਼ਨ ਕਮਿਸ਼ਨ ਦੇ ਸਟੇਟਮੈਂਟ ਤੋਂ ਬਾਅਦ ਬੀਜੇਪੀ ਦੇ ਕੋਈ ਅਫੀਸ਼ੀਅਲ ਸਟੇਟਮੈਂਟ ਨਹੀਂ ਆਈ ਹੈ। ਤੇ ਜੇ ਤੁਸੀਂ ਇੱਥੇ ਕਹੋ ਕਿ ਸਾਰੇ ਬੈਠ ਕੇ ਆਪਣੀ ਪਾਰਟੀਆਂ ਦੀ ਇੱਕ ਸਟੇਟਮੈਂਟ ਦੇ ਦੇਣ, ਸ਼ੁਰੂਆਤ ਤਾਂ ਉਹਨਾਂ ਨੇ ਕੀਤੀ ਹੈ। ਅਸੀਂ ਇੱਥੇ ਤੁਹਾਨੂੰ ਇੱਕ ਓਪੀਨੀਅਨ ਦੇਣ ਆਏ ਹਾਂ, ਠੀਕ ਹੈ ਨਾ, ਐਂਡ ਜੋ ਅਸੀਂ ਸੋਚਦੇ ਹਾਂ ਆਪਣੇ ਐਕਸਪੀਰੀਅੰਸ ਦੇ ਬੇਸ ਦੇ ਉੱਪਰ, ਭਾਵੇਂ ਜਿੰਨਾ ਮਰਜ਼ੀ ਐਕਸਪੀਰੀਅੰਸ ਹੈ ਜਾਂ ਜੋ ਵੀ ਹੈ, ਪਰ ਜਿਹੜਾ ਪੋਲੀਟੀਕਲ ਸਟੈਂਡ ਹੁੰਦਾ ਨਾ ਇੱਕ ਪਾਰਟੀ ਦਾ, ਉਹ ਇੱਕ ਡਿਸਕਸ਼ਨ ਤੋਂ ਬਾਅਦ ਹੁੰਦਾ ਹੈ। ਉਹ ਮੈਨੂੰ ਲੱਗਦਾ ਇੱਥੇ ਬੈਠ ਕੇ ਕੋਈ ਜੇ ਦੇਗਾ ਵੀ ਤਾਂ ਗਲਤ ਹੋਏਗਾ। ਅਸੀਂ ਪ੍ਰੋਸ ਐਂਡ ਕੌਨਸ ਡਿਸਕਸ ਕੀਤੇ ਸੀਗੇ। ਅਕਾਊਂਟੇਬਿਲਿਟੀ ਇੱਕ ਬਹੁਤ ਵੱਡਾ ਇਸ਼ੂ ਹੈ, ਬਹੁਤ ਵੱਡਾ ਮੁੱਦਾ ਹੈ। ਜਦੋਂ ਤੁਸੀਂ ਇੱਕ ਬਾਈ ਇਲੈਕਸ਼ਨ ਹਾਰਦੇ ਹੋ ਜਾਂ ਕੋਈ ਹੋਰ ਇਲੈਕਸ਼ਨ ਹਾਰਦੇ ਹੋ, ਉਹ ਤੁਹਾਨੂੰ ਦੱਸ ਦਿੰਦਾ ਕਿ ਤੁਹਾਡੀ ਪਾਲਿਸੀਜ਼ ਤੋਂ ਪਬਲਿਕ ਖੁਸ਼ ਨਹੀਂ ਹੈ। ਨਹੀਂ, ਤੁਹਾਡੀ ਪਾਰਟੀ ਤਾਂ ਵੈਸੇ ਹੀ ਲੋਕਾਂ ਦੇ ਵਿੱਚ ਰਹਿੰਦੀ, ਤੁਹਾਨੂੰ ਤਾਂ ਨਹੀਂ ਪਤਾ ਲੱਗਦਾ ਕਿ ਲੋਕ ਫਤਵਾ ਦਿੰਦੇ ਤਾਂ ਹੀ ਉਹ ਪਤਾ ਲੱਗਦਾ। ਇਹ ਚੰਗਾ ਤੁਸੀਂ ਬੋਲ ਰਹੇ ਹੋ, ਵੈਸੇ ਚੰਗੀ ਸਟੇਟਮੈਂਟ ਹੈ ਤੁਹਾਡੀ, ਪਰ ਇਹ ਸਟੇਟਮੈਂਟ ਥਿਓਰੈਟੀਕਲੀ ਚੰਗੀ ਹੈ। ਪਾਰਟੀ ਇਹ ਕਹਿੰਦੀ ਸਿਰਫ ਸਾਡੀ ਰਹਿੰਦੀ ਹੈ, ਬਾਕੀਆਂ ਦੀ ਨਹੀਂ ਰਹਿੰਦੀ ਨਾ। ਚਲੋ ਇਹ ਤਾਂ ਮੰਨਦੇ ਤੁਸੀਂ, ਚਲੋ ਇਹ ਚੰਗੀ ਗੱਲ ਹੈ, ਇਹ ਤੁਸੀਂ ਮੰਨਦੇ ਹੋ। ਘੱਟੋ ਘੱਟ ਤੁਹਾਡੀ ਪਾਰਟੀ ਨੂੰ ਇਸ ਚੀਜ਼ ਦੀ ਜ਼ਰੂਰਤ ਨਹੀਂ ਹੈ। ਬਟ ਜਦੋਂ ਦੇਖੋ ਸਾਡੇ ਕੰਮ ਕੀਤੇ ਹੋਏ ਲੋਕਾਂ ਤੱਕ ਨਹੀਂ ਪਹੁੰਚ ਸਕੇ ਤਾਂ ਸਾਨੂੰ ਐਮਸੀਡੀ ਦੇ ਵਿੱਚ ਮੋਹਰ ਲੱਗੀ। ਪਰ ਜਦੋਂ ਅਸੀਂ ਪੰਚਾਇਤ ਇੱਕ ਮਿੰਟ ਨਹੀਂ, ਉਦੋਂ ਅਸੀਂ 52,25,000 ਵੋਟਾਂ ਨਾਲ ਜਿੱਤੇ ਹਾਂ, ਠੀਕ ਹੈ ਨਾ। ਸੋ ਮਤਲਬ ਇਟ ਸਾਊਂਡਸ ਬਵਾਨਾ ਪੂਰੀ ਸਾਰੀ ਜ਼ਿੰਦਗੀ ਬਵਾਨਾ ਕਰਦੇ ਕੱਢਦੇ ਹੋ। ਅੱਛਾ ਉਹ ਛੱਡੋ, ਰਾਜਸਥਾਨ ਦੇ ਵਿੱਚ ਇਹ ਲੋਕ ਹਾਰ ਗਏ, ਸਟੂਡੈਂਟ ਇਲੈਕਸ਼ਨ ਹਾਰ ਗਏ। ਯੂਪੀ ਦੀ ਹਾਲਤ, ਗੋਰਖਪੁਰ ਦਾ ਹਾਲ ਤੁਸੀਂ ਕੀ ਕੀਤਾ ਜਾ ਕੇ ਕੇਰਲ ਨੂੰ ਸਿਖਾਉਣ ਨੂੰ ਫਿਰਦੇ ਆ। ਕੇਰਲ ਨੂੰ ਗੋਰਖਪੁਰ ਦਾ ਕੀ ਹਾਲ ਹੋਇਆ? ਬੈਂਸ ਸਾਹਿਬ ਤੋਂ ਸੁਣ ਲਈ, ਫਿਰ ਆਪਾਂ ਅੱਗੇ। ਤਾਂ ਮੇਰੀ ਬੇਨਤੀ ਹੈ ਕਿ ਆਪਾਂ ਆਪਣੇ ਜਿਹੜੀਆਂ ਇਲੈਕਸ਼ਨ ਸਪੀਚਸ ਆ, ਉਹ ਤਾਂ ਹੁਣ ਗੁਰਦਾਸਪੁਰ ਤੇ ਤਾਂ ਪਤਾ ਉਹ ਦੂਸਰਾ ਵੀ ਲੱਗ ਗਿਆ, ਚੋਣ ਜ਼ਾਬਤਾ ਵੀ ਜਿਹੜਾ ਹੁੰਦਾ ਕਿ ਖਤਮ ਹੋ ਗਿਆ ਆਪਣਾ ਜਿਹੜਾ ਕੈਂਪੇਨਿੰਗ ਦਾ ਪੀਰੀਅਡ ਆ, ਉਹ ਆਪਾਂ ਇੱਥੇ ਕੱਲ੍ਹ ਹੀ ਹੁਣ ਲੱਗੇ ਹੋਏ ਆ। ਆਪਣਾ ਤਾਂ ਇਸ਼ੂ ਹੀ ਹੋਰ ਹੈ
ਜੀ। ਇੱਕ ਦੂਸਰੀ ਜਿਹੜੀ ਗੱਲ ਹੈ ਮੈਂ ਸਮਝਦਾ ਕਿ ਆਈਦਰ ਵੇ ਦੋਨੋਂ ਹੀ ਤਰ੍ਹਾਂ ਇਹ ਸੋਚਣਾ ਕਿ ਲੋਕ ਜਿਹੜੇ ਨੇ ਆਪਣੇ ਵੋਟਰ ਜਿਹੜੇ ਨੇ ਜੇ ਸਾਈਮਲਟੇਨੀਅਸ ਇਲੈਕਸ਼ਨ ਹੋਏਗੀ ਤਾਂ ਇਸ ਤਰ੍ਹਾਂ ਵੋਟ ਕਰਨਗੇ, ਜੇ ਸੈਪਰੇਟ ਹੋਏਗੀ ਤਾਂ ਇਸ ਤਰ੍ਹਾਂ ਕਰਨਗੇ, ਜਾਂ ਅਦਰ ਵੇ ਅਰਾਊਂਡ। ਇਹ ਦੋਨੋਂ ਹੀ ਤਰ੍ਹਾਂ ਲੋਕਾਂ ਦੀ ਇੰਟੈਲੀਜੈਂਸ ਨੂੰ ਆਪਾਂ ਪ੍ਰੈਡਿਕਟ ਇੱਥੇ ਬੈਠ ਕੇ ਕਰਨਾ ਮੇਰੇ ਖਿਆਲ ਉਸ ਇੰਟੈਲੀਜੈਂਸ ਦੀ ਤੋਹੀਨ ਹੈ। ਦੂਸਰੀ ਮੇਰੇ ਖਿਆਲ ਲੋਕੀ ਇਸ ਗੱਲ ਨੂੰ ਕਾਫੀ ਕਲੀਅਰ ਨੇ ਕਿ ਉਹਨਾਂ ਨੇ ਕੀ ਕਰਨਾ ਹੁੰਦਾ, ਕਦੋਂ ਕਰਨਾ ਹੁੰਦਾ, ਔਰ ਇੱਦਾਂ ਛੋਟੀਆਂ ਗੱਲਾਂ ਉੱਤੇ ਨਹੀਂ ਉਹ ਇਨਫਲੂਐਂਸ ਹੋਣੇ ਵਾਲੇ ਕਿ ਕਿਸ ਤਰੀਕ ਨੂੰ ਇਲੈਕਸ਼ਨ ਹੋ ਰਹੀ ਹੈ ਜਾਂ 2 ਇਕੱਠੇ ਹੋ ਰਹੀਆਂ ਨਹੀਂ ਹੋ ਰਹੀਆਂ। ਲੇਕਿਨ ਇੱਕ ਗੱਲ ਜ਼ਰੂਰ ਹੈ, ਇੱਕ ਪ੍ਰੈਕਟੀਕਲ ਐਸਪੈਕਟ ਹੈ ਜਿਹੜਾ ਉਹ ਇੰਨਾ ਜ਼ਰੂਰ ਹੈ ਕਿ ਇਹ ਗੱਲ ਮੰਨਣੀ ਪੈਗੀ ਕਿ ਜਿਹੜਾ ਅਲੱਗ-ਅਲੱਗ ਟਾਈਮ ਤੇ ਇਲੈਕਸ਼ਨ ਹੁੰਦੀ ਹੈ ਉਹਦੇ ਨਾਲ ਇੱਕ ਸਹੀ ਗੱਲ ਹੈ ਕਿ ਜਿਹੜੀ ਦੇਸ਼ ਦੀ ਸਾਡੀ ਜਿਹੜੀ ਇੱਕ ਵੈਰਾਈਟੀ ਆਫ ਓਪੀਨੀਅਨਸ ਹੁੰਦੀ ਹੈ ਉਹ ਥੋੜੀ ਜਿਹੀ ਜ਼ਿਆਦਾ ਬੈਟਰ ਐਕਸਪ੍ਰੈਸ ਹੋ ਜਾਂਦੀ ਹੈ। ਇਹ ਨਹੀਂ ਕਿ ਉਹਦੇ ਵਿੱਚ ਅੰਦਰ ਉਹਦਾ ਕੋਈ ਡਿਜ਼ਾਈਨ ਹੈ, ਲੇਕਿਨ ਆਟੋਮੈਟਿਕਲੀ ਇਦਾਂ ਦਾ ਇੱਕ ਕਲਾਈਮੇਟ ਬਣ ਜਾਂਦਾ। ਤੀਸਰਾ ਜਿਹੜੀ ਗੱਲ ਹੈ ਮੈਂ ਸਮਝਦਾ ਬੜੀ ਇਹ ਸਾਡੀ ਡੈਮੋਕ੍ਰੈਟਿਕ ਸਿਸਟਮ ਵਾਸਤੇ ਆਪਾਂ ਨੂੰ ਇਹ ਗੱਲ ਥੋੜੀ ਜਿਹੀ ਅਵੋਇਡ ਕਰਨੀ ਚਾਹੀਦੀ ਹੈ ਬਾਰ-ਬਾਰ ਕਿ ਜਦੋਂ ਆਪਾਂ ਓਪੋਨੈਂਟ ਬਾਰੇ ਗੱਲ ਕਰਦੇ ਹਾਂ, ਚਾਹੇ ਉਹ ਸਾਈਮਲਟੇਨੀਅਸ ਇਲੈਕਸ਼ਨ 'ਚ ਗੱਲ ਨਾਲ ਸਿੱਧਾ ਤਾਲੁਕ ਨਹੀਂ ਹੈ, ਲੇਕਿਨ ਕੋਈ ਗੱਲ ਚੱਲੀ ਇੱਥੇ ਜੀ, ਤਾਂ ਆਪਾਂ ਨੂੰ ਇੰਨੀ ਸਟਰੋਂਗ ਇੰਡਾਈਟਮੈਂਟ ਆਪਣੇ ਕੰਟਰੀਮੈਨ ਦੀ ਇੱਕ ਦੂਜੇ ਦੀ ਨਹੀਂ ਕਰਨੀ ਚਾਹੀਦੀ ਕਿ ਫਲਾਨ ਨੈਸ਼ਨਲਿਸਟ ਆ, ਫਲਾਨ ਐਂਟੀ ਨੈਸ਼ਨਲ ਆ। ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਕੋਈ ਵੀ ਪਾਰਟੀ ਹੋਵੇ, ਦੇਖੋ ਕਾਂਗਰਸ ਪਾਰਟੀ ਨੇ ਪੂਰੇ ਪੰਜਾਬ ਨੂੰ ਐਂਟੀ ਨੈਸ਼ਨਲ ਕਰਤਾ ਸੀਗਾ ਇੱਕ ਟਾਈਮ ਦੇ ਉੱਤੇ। ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਹਰੇਕ ਪੰਜਾਬੀ ਆਪਣੇ ਆਪ ਨੂੰ ਟੈਰਰਿਸਟ ਦੇ ਤੌਰ ਦੇ ਉੱਤੇ ਲੋਕਾਂ ਨੂੰ ਨਜ਼ਰ ਆਉਣ ਲੱਗ ਪਿਆ ਸੀ। ਇੱਦਾਂ ਦੀਆਂ ਗੱਲਾਂ ਦਾ ਨਤੀਜਾ ਕਿੰਨਾ ਮਾੜਾ ਨਿਕਲਦਾ ਹੈ ਆਪਾਂ ਪੰਜਾਬ ਵਿੱਚ ਦੇਖ ਚੁੱਕੇ ਹਾਂ। ਇਸ ਕਰਕੇ ਇੱਦਾਂ ਦੀ ਜਿਹੜੀ ਅੱਛਾ ਜੇ ਕੋਈ ਮੰਨ ਲਓ ਕੋਈ ਬੰਦਾ ਹੈ ਜਿਹਦੇ ਉੱਤੇ ਕੋਈ ਡੈਫੀਨਿਟ ਚਾਰਜਸ ਹੈਗੇ ਨੇ ਇੱਦਾਂ ਦੇ, ਤਾਂ ਦੇयर इज अ ਜੁਡੀਸ਼ਰੀ ਆਫ ਦਾ ਕੰਟਰੀ ਟੂ ਲੁੱਕ ਆਫਟਰ ਦਿਸ ਕੇਸ ਸ਼ੁੱਡ ਬੀ ਟੇਕਨ ਦੇयर। ਮੇਰਾ ਖਿਆਲ ਪੋਲੀਟੀਕਲ ਜਿਹੜਾ ਈਡੀਅਮ ਆ ਉਹਦੇ ਵਿੱਚ ਇਹ ਗੱਲ ਨਹੀਂ ਆਣੀ ਚਾਹੀਦੀ। ਠੀਕ ਹੈ ਖਾਲਿਦ ਸਾਹਿਬ ਇੱਕ ਗੱਲ ਜਿਹੜੀ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਚੋਣ ਕਮਿਸ਼ਨ ਨੇ ਕਿਹਾ ਕਿ ਜੇਕਰ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਸਹਿਮਤੀ ਬਣਦੀ ਹੈ ਤਾਂ ਇਹ ਕਰਵਾਇਆ ਜਾ ਸਕਦਾ। ਪਰ ਮੈਂ ਇਹ ਜਾਣਨਾ ਚਾਹੁੰਦਾ ਲੋਕਾਂ ਦਾ ਕੀ, ਜਿਹੜਾ ਲੋਕਾਂ ਨੇ 5 ਸਾਲ ਦੇ ਲਈ ਕਿਸੇ ਪਾਰਟੀ ਨੂੰ ਸੱਤਾ ਦਿੱਤੀ ਹੈ, 5 ਸਾਲ ਦੇ ਲਈ ਵੋਟ ਦਿੱਤੀ ਹੈ, ਫਾਰ ਐਗਜ਼ਾਮਪਲ ਪੰਜਾਬ ਦੀ ਗੱਲ ਕਰ ਲੈਂਦੇ ਹਾਂ, ਜੇ ਕਾਂਗਰਸ ਨੂੰ 5 ਸਾਲ ਦੇ ਲਈ ਸੱਤਾ ਸੌਂਪੀ ਹੈ, ਜੇ 2.5 ਸਾਲ ਬਾਅਦ ਇਲੈਕਸ਼ਨ ਹੋ ਜਾਂਦੇ ਨੇ ਤਾਂ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਨਹੀਂ ਕਰਨਗੇ? ਨਹੀਂ, ਉਹ ਤਾਂ ਅਗਰ ਇਸ ਤਰ੍ਹਾਂ ਦਾ ਕੋਈ ਗੱਲ ਹੁੰਦੀ ਹੈ ਉਹ ਤਾਂ ਜੁਡੀਸ਼ੀਅਲ ਇੰਟਰਵੈਂਸ਼ਨ ਹੋਏਗੀ। ਜੁਡੀਸ਼ਰੀ ਦੇ ਵਿੱਚ ਇਹ ਕੇਸ ਜਾਏਗਾ, ਜੁਡੀਸ਼ੀਅਲ ਸਕਰੂਟਨੀ ਦੇ ਉੱਪਰ ਇਹਨੂੰ ਦੇਖਿਆ ਜਾਏਗਾ। ਮੈਂ ਜਿਹੜੀ ਗੱਲ ਕਹਿ ਰਿਹਾ ਜੀ ਕਿ ਇਹ ਜਿਹੜਾ ਇਸ਼ੂ ਹੈ ਨਾ ਜੀ, ਇਹਦੇ 4 ਪਹਿਲੂ ਹੈ ਮੇਰੇ ਦਿਮਾਗ ਦੇ ਵਿੱਚ। ਪਹਿਲਾ ਜਿਹੜਾ ਹੈਗਾ ਇਹਦਾ ਪਹਿਲੂ ਹੈ ਉਹ ਹੈਗਾ ਲੀਗਲ ਪਹਿਲੂ। ਕਿਆ ਕਾਨੂੰਨ ਨੂੰ ਅਮੈਂਡਮੈਂਟ ਕਰਨ ਵਾਸਤੇ ਸਾਰੀਆਂ ਅਸੈਂਬਲੀਜ਼ ਤੇ ਪਾਰਲੀਮੈਂਟ ਇਕਜੁੱਟ ਹੋ ਕੇ ਅਮੈਂਡ ਕਰੇਂਗੀ, ਕਿਉਂਕਿ ਅਮੈਂਡਮੈਂਟਾਂ ਕਰਨੀਆਂ ਪੈਣੀਆਂ ਕਨਸਟੀਟਿਊਸ਼ਨ ਦੇ ਵਿੱਚ, ਠੀਕ ਹੈ, ਇਹ ਲੀਗਲ ਪ੍ਰੋਵੀਜ਼ਨ ਕਰਨ ਵਾਸਤੇ। ਦੂਸਰੀ ਚੀਜ਼ ਇਹਦੀ ਹੈਗੀ ਐਕੈਡੈਮਿਕ ਪਹਿਲੂ ਹੈ। ਇਹ ਡਿਸਕਸ ਕਰਨਾ ਪਊਗਾ ਕਿ ਕਿਆ ਸਾਡਾ ਜਿਹੜਾ ਫੈਡਰਲ ਸਟਰਕਚਰ ਹੈ ਔਰ ਸਾਡੀ ਜਿਹੜੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ ਉਹਦੇ ਵਿੱਚ ਇਸ ਤਰ੍ਹਾਂ ਦੀ ਸਿਚੁਏਸ਼ਨ ਚੱਲ ਸਕਦੀ ਹੈ ਕਿ ਹਮੇਸ਼ਾ ਸਾਈਮਲਟੇਨੀਅਸ ਇਲੈਕਸ਼ਨ ਹੋਣ। ਇਹਦੇ ਕੀ ਪਹਿਲੂ, ਅਲੱਗ-ਅਲੱਗ ਪਹਿਲੂ ਦੇ ਉੱਪਰ। ਤੀਸਰਾ ਜਿਹੜਾ ਇਹਦਾ ਪਹਿਲੂ ਹੈ ਪੋਲੀਟੀਕਲ ਪਹਿਲੂ ਹੈ ਕਿ ਪੋਲੀਟੀਕਲ ਪਾਰਟੀ ਸਾਰੀਆਂ ਐਗਰੀ ਕਰਦੀਆਂ ਜਾਂ ਨਹੀਂ ਕਰਦੀਆਂ, ਉਹਦੇ ਬਾਰੇ ਮੈਨੂੰ ਸਟਰੋਂਗ ਡਾਊਟ ਹੈ। ਔਰ ਚੌਥਾ ਜਿਹੜਾ ਹੈਗਾ ਇਹਦਾ ਐਡਮਿਨਿਸਟ੍ਰੇਟਿਵ ਪਹਿਲੂ ਹੈ। ਕਿਆ ਜਿਵੇਂ ਬੈਂਸ ਸਾਹਿਬ ਨੇ ਕਿਹਾ ਸੀਗਾ, ਕਿਆ ਵਾਕਈ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇੰਨਾ ਕਾਬਲ ਹੈ ਕਿ ਫਲॉलेस ਇਲੈਕਸ਼ਨ ਜਿਹੜਾ ਹੈਗਾ ਸਾਈਮਲਟੇਨੀਅਸ ਪੂਰੇ ਕੰਟਰੀ ਦੇ ਵਿੱਚ ਕਰਵਾ ਦੇਵੇ? ਇਹਦੇ ਬਾਰੇ ਵੀ ਬਹੁਤ ਵੱਡਾ ਡਾਊਟ ਹੈ। ਇਹ ਚੀਜ਼ ਇਸ ਕਰਕੇ ਸਾਰੀਆਂ ਡਿਸਕਸ਼ਨਸ ਹੋਣੀਆਂ ਚਾਹੀਦੀਆਂ। ਹਾਂ, ਕੁਝ ਲੋਕਾਂ ਦਾ ਇਹ ਮੰਨਣਾ ਜ਼ਰੂਰ ਹੈਗਾ ਕਿ ਕਿਹਾ ਜਾ ਰਿਹਾ ਕਿ ਜੀ ਕਿਉਂਕਿ ਬੀਜੇਪੀ ਇਹ ਚਾਹੁੰਦੀ ਹੈ ਕਿ 1 ਕੰਟਰੀ 1 ਕਲਚਰ, 1 ਕੰਟਰੀ 1 ਟੈਕਸ, 1 ਕੰਟਰੀ 1 ਦੇ, ਇਸ ਕਰਕੇ ਜੀ ਉਹ ਸਾਰੀ ਚੀਜ਼ ਨੂੰ ਇਕੱਠਾ ਕਰਨਾ ਚਾਹੁੰਦੀ ਹੈ। ਉਹ ਚੀਜ਼ ਜਿਹੜੀ ਹੈਗੀ ਹੈ ਉਹ ਪੋਲੀਟੀਕਲ ਪਾਰਟੀਆਂ ਖਾਸ ਤੌਰ ਪਰ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਬੀਜੇਪੀ ਨੂੰ ਟਾਰਗੇਟ ਕਰਨ ਵਾਸਤੇ ਇਹ ਚੀਜ਼ਾਂ ਜ਼ਰੂਰ ਕਹਿ ਰਹੀਆਂ, ਲੇਕਿਨ ਇਹਦੇ ਬਾਰੇ ਬੜੀ ਵਾਈਡ ਸਪੈਡ ਡਿਸਕਸ਼ਨ ਦੀ ਲੋੜ ਹੈ ਹਰ ਪਹਿਲੂ ਦੇ, ਤਾਂ ਹੀ ਕੋਈ ਫੈਸਲਾ ਹੋ ਸਕਦਾ ਹੈ। ਕੋਈ ਛੋਟਾ ਮੋਟਾ ਫੈਸਲਾ ਨਹੀਂ ਹੈ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਆਪਣੇ ਕੋਲ ਟਾਈਮ ਘੱਟ ਹੈ, ਨੈਕਸਟ ਟਾਈਮ ਜ਼ਰੂਰ ਇਹਨਾਂ ਦੀ ਡਿਬੇਟ ਲੈ ਕੇ ਆਵਾਂਗੇ। ਔਰ ਗੱਲ ਇਹੀ ਹੈ ਕਿ ਭਾਵੇਂ ਚੋਣ ਕਮਿਸ਼ਨ ਨੇ ਤਾਂ ਇਹ ਕਹਿ ਦਿੱਤਾ ਕਿ ਅਸੀਂ ਕਰਵਾ ਸਕਦੇ ਹਾਂ ਇਲੈਕਸ਼ਨ, ਸਾਨੂੰ 6 ਮਹੀਨੇ ਦਾ ਸਮਾਂ ਦਿੱਤਾ ਜਾਵੇ, ਪਰ ਸਭ ਤੋਂ ਵੱਡੀ ਔਰ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਉਹ ਇਹ ਹੈ ਕਿ ਸਾਰੀਆਂ ਪੋਲੀਟੀਕਲ ਪਾਰਟੀਜ਼ ਦੀ ਸਹਿਮਤੀ ਬਣਨਾ। ਔਰ ਘੱਟੋ ਘੱਟ ਹੁਣ ਤਾਂ ਇਹ ਲੱਗਦਾ ਇਸ ਪੈਨਲ ਡਿਸਕਸ਼ਨ ਤੋਂ ਬਾਅਦ ਕਿ ਸਹਿਮਤੀ ਬਣਨੀ ਕੋਈ ਸੌਖੀ ਗੱਲ ਨਹੀਂ ਹੈ। ਔਰ ਵੱਡੀ ਗੱਲ ਇਹ ਹੈ ਕਿ ਜਿਹੜੇ ਹੁਣ ਚੋਣ ਨਤੀਜੇ ਆਉਣਗੇ ਉਹ ਚੋਣ ਨਤੀਜੇ ਬੜੀਆਂ ਪਾਰਟੀਆਂ ਦੀਆਂ ਧਾਰਨਾਵਾਂ ਚੇਂਜ ਵੀ ਕਰਨਗੇ ਔਰ ਉਹ ਧਾਰਨਾ ਇਸ ਚੀਜ਼ ਤੇ ਵੀ ਫਰਕ ਜ਼ਰੂਰ ਪਾਏਗੀ। ਔਰ ਜਦੋਂ ਗੁਰਦਾਸਪੁਰ ਦੇ ਨਤੀਜੇ ਆ ਜਾਣਗੇ ਜ਼ਰੂਰ ਇਸ ਪੈਨਲ ਨੂੰ ਦੁਬਾਰਾ ਬੁਲਾਵਾਂਗੇ, ਉਹਨਾਂ ਦੀ ਧਾਰਨਾ ਜ਼ਰੂਰ ਚੈੱਕ ਕਰਾਂਗੇ ਪਹਿਲਾਂ ਕੀ ਸੀ ਤੇ ਹੁਣ ਕੀ ਹੈ। ਦੇਸ਼ ਦੁਨੀਆ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।